लेके एक ओंकार सतगुर प्रसाद। ਜਿਸ ਸਮੇਂ ਭੱਟ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ ਦੇ ਹਜ਼ੂਰ ਚਰਨ ਸਰਨ ਵਿੱਚ ਪਹੁੰਚੇ ਤਾਂ ਆਪਣੀ ਸਾਰੀ ਮਿੱਥਿਆ ਸੁਣਾਈ। ਅੰਤਰਜਾਮੀ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਭੱਟਾਂ ਦੀ ਬੇਨਤੀ ਸੁਣ ਕੇ ਪਾਰਬ੍ਰਹਮ ਪਰਮੇਸ਼ਰ ਸਰੂਪ ਗੁਰ ਪਰਮੇਸ਼ਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਜੀ ਦੀ ਅਭੇਵ ਰੂਪ ਵਡਿਆਈ ਸੋਭਾ ਸਵਈਏ ਮੁੱਖ ਵਾਕ ਮਹੱਲਾ ਪੰਜਵਾ ਅੰਗ 1385 ਤੋਂ ਲੈ ਕੇ 1399 ਤੱਕ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮੁਖਾਰਬਿੰਦ ਤੋਂ ਸੁਣ ਕੇ ਸ੍ਰੀ ਗੁਰੂ ਪੰਚਮ ਪਾਤਸ਼ਾਹ ਜੀ ਤੋਂ ਆਗਿਆ ਲੈ ਕੇ ਉਸੇ ਹੀ ਚਾਲ ਢੰਗ ਤਰੀਕੇ ਅਨੁਸਾਰ ਬਣ ਕੇ ਅਤੇ ਨਾਮੇ ਭੱਟ ਦੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੀ ਵਡਿਆਈ ਸੋਭਾ ਸਵਈਆਂ ਦੇ ਰੂਪ ਵਿੱਚ ਉਚਾਰਨ ਕਰਦਾ ਹੋਇਆ ਆਪਣੇ ਨਾਲ ਦੇ ਸਾਥੀ ਭੱਟਾਂ ਨੂੰ ਸੰਬੋਧਨ ਕਰਦੇ ਹੋਏ ਇਸ ਪ੍ਰਕਾਰ ਦਾ ਸੁਣਾ ਰਿਹਾ ਹੈ। ਇੱਕ ਮਨ ਪੁਰਖ ਧਿਆਏ ਵਰਦਾਤਾ। ਇੱਕ ਮਨ ਮਤਲਬ ਇਕਾਗਰ ਬਿਰਤੀ ਕਰਕੇ ਅਡੋਲ ਸਾਵਧਾਨ ਨਾਲ ਪੁਰਖ ਸਰਬ ਵਿਆਪੀ ਪਾਰਬ੍ਰਹਮ ਦੇ ਸਰੂਪ ਸ੍ਰੀ ਗੁਰੂ ਨਾਨਕ ਦੇਵ ਜੀ ਗੁਰੂ ਪਰਮੇਸ਼ਰ ਧਿਆਏ ਗਈਏ ਧਿਆਵਾਂ ਚਿੰਤਨ ਕਰਨਾ ਵਰਦਾਤਾ ਵਰਾਂ ਦੇ ਦੇਣ ਵਾਲਾ ਬਖਸ਼ਿਸ਼ਾਂ ਕਰਨ ਵਾਲੇ ਸੰਤ ਸਹਾਰ ਸਦਾ ਵਿਖਿਆਤਾ। ਅਤੇ ਕੱਲ ਭੱਟ ਕਹਿੰਦਾ ਹੈ ਹੇ ਮੇਰੇ ਸੰਗੀ ਭੱਟ ਵੀਰੋ ਅਥਵਾ ਹੈ ਸੰਸਾਰ ਦੇ ਲੋਕੋ ਪਾਰਬ੍ਰਹਮ ਪਰਮੇਸ਼ਰ ਅਕਾਲ ਪੁਰਖ ਦੇ ਸਾਖਿਆਤ ਸਰੂਪ ਗੁਰੂ ਪਰਮੇਸ਼ਰ ਧੰਨ ਗੁਰੂ ਨਾਨਕ ਦੇਵ ਜੀ ਬਖਸ਼ਿਸ਼ਾਂ ਕਰਨ ਵਾਲੇ ਵਰ ਦੇਣ ਵਾਲੇ ਦਾਤਾਰ ਹਨ। ਐਸੇ ਦੀਨ ਦਿਆਲ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਇਕਾਗਰਤਾ ਨਾਲ ਸੁਰਤੇ ਬਿਰਤੇ ਨੂੰ ਇਕਾਗਰ ਕਰਦੇ ਲਿਆਉਣਾ ਕਰੋ ਜੀ। ਸੰਤ ਸਹਾਰ ਸਦਾ ਵਿਖਿਆਤਾ ਸੰਤ ਸਹਾਰ ਸੰਤਾਂ ਦੀ ਸਹਾਇਤਾ ਕਰਨ ਵਾਲੇ ਆਸਰਾ ਰੂਪ ਅਤੇ ਸਦਾ ਹਰਦਮ ਹਮੇਸ਼ਾ ਹੀ ਵਿਖਿਆਤਾ ਕਹੀਏ ਪ੍ਰਸਿੱਧ ਮਸ਼ਹੂਰ ਪ੍ਰਗਟ ਹਾਜ਼ਰਾ ਹਜ਼ੂਰ ਹੈ ਅਤੇ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਹਰ ਸਮੇਂ ਜਦੋਂ ਹੀ ਯਾਦ ਕਰੀਏ ਆਪਣੇ ਪਿਆਰਿਆਂ ਦੀ ਪ੍ਰਗਟ ਪ੍ਰਤੱਖ ਹਾਜ਼ਰ ਨਾਜ਼ਰ ਹੋ ਕੇ ਸਹਾਇਤਾ ਕਰਦੇ ਹਨ। ਤਾਸ ਚਰਨ ਲੈ ਹਿਰਦੈ ਬਸਾਵੋ। ਤਾਸ ਚਰਨ ਲੈ ਹਿਰਦੈ ਬਸਾਵੋ ਉਸ ਦੇ ਲੈ ਕੇ ਆਤਮਿਕ ਤੌਰ ਤੇ ਲੈ ਕੇ ਹਿਰਦੇ ਦਿਲ ਮੇ ਬਸਵਾਓ ਵਸਾਵੋ ਕਹਿੰਦੇ ਠਹਿਰਨਾ ਟਿਕਾ ਕਰਕੇ ਰੱਖਣਾ ਅਤੇ ਉਸ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਚਰਨਾਂ ਕਮਲਾਂ ਦਾ ਧਿਆਨ ਧਰ ਕੇ ਆਪਣੇ ਦਿਲ ਵਿੱਚ ਟਿਕਾਉਣਾ ਕਰੋ ਜੀ। ਤਉ ਪਰਮ ਗੁਰੂ ਨਾਨਕ ਗੁਣ ਗਾਵੋ। ਤੋ ਫਿਰ ਪਰਮ ਗੁਰੂ ਵੱਡੇ ਸਤਿਕਾਰਯੋਗ ਪੂਜਿਆ ਗੁਰੂ ਨਾਨਕ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ ਗੁਣ ਕਹੀਏ ਉਪਕਾਰ ਮਹਿਮਾ ਗੁਣ ਗਾਵੋ ਗਾਉਂਦੇ ਰਹੋ। ਗਾਵੋ ਗੁਣ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰਣ ਸ਼ਬਦ ਸਰੇ। ਸੁਖ ਸਾਗਰ ਸੁੱਖਾਂ ਦਾ ਸਮੁੰਦਰ ਭੰਡਾਰ ਦੁਰਤ ਪਾਪ ਕਹੀਏ ਦੋਸ਼ ਨਿਵਾਰਨ ਛੁਟਕਾਰ ਵਰਜਣੇ ਸ਼ਬਦ ਬਾਣੀ ਸਰੇ ਸਰੋਵਰ ਤੀਰ ਸਾਰਿਆਂ ਤੋਂ ਵੱਡੇ ਅਤੇ ਗੁਣਾਂ ਦੇ ਸਮੁੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਜੀ ਦੀ ਮਹਿਮਾ ਵਾਹ ਗੁਣਾਂ ਦਾ ਗਾਉਣਾ ਕਰੋ ਅਤੇ ਜੋ ਪਾਪਾਂ ਦੋਸ਼ਾਂ ਨੂੰ ਦੂਰ ਕਰਨ ਵਾਲੇ ਅਤੇ ਗਿਆਨ ਦੇ ਸਮੁੰਦਰ ਹਨ ਵਾਹ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਬਾਣੀ ਮੋਹ ਆਦ ਉਹਨਾਂ ਨੂੰ ਕੱਟਣ ਲਈ ਤੀਰਾਂ ਵਾਂਗ ਬਲਵਾਨ ਹੈ ਅਤੇ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਗਾਵਹਿ ਗੰਭੀਰ ਧੀਰ ਮਤ ਸਾਗਰ ਜੋਗੀ ਜੰਗਮ ਧਿਆਨ ਧਰੇ। ਗਾਵੇ ਕਹਿੰਦੇ ਗਾਉਂਦੇ ਹਨ ਅਤੇ ਗੰਭੀਰ ਵੱਡਾ ਅਥਾ ਧੀਰ ਧੀਰਜਵਾਨ ਮਤ ਸਾਗਰ ਬਹੁਤੇ ਵੱਡੇ ਗਿਆਨਵਾਨ ਜੋਗੀ ਗੋਰਖ ਸਾਹਿਬ ਜੰਗਮ ਟੱਲੀਆਂ ਵਜਾ ਵਜਾ ਕੇ ਸੇਵਾ ਦਾ ਵਿਆਹ ਗਾਉਣ ਵਾਲੇ ਅਤੇ ਧਿਆਨ ਧਰੇ ਗਏ ਧਿਆਨ ਕਰਕੇ ਧਰ ਕੇ ਲੈਵ ਲਾ ਕੇ ਸਮਾਧੀ ਸਥਿਤ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਾਵਨ ਗੁਣ ਗਾਉਂਦੇ ਨੇ ਵਡਿਆਈ ਕਰਦੇ ਨੇ ਬਹੁਤ ਹੀ ਡੂੰਘੀ ਸ਼ੁਭ ਮਤ ਵਾਲੇ ਧੀਰਜਵਾਨ ਬਹੁਤ ਹੀ ਵੱਡੇ ਗਿਆਨਵਾਨ ਗੁਣੀ ਪੁਰਸ਼ ਸ੍ਰੀ ਵਿਆਸ ਵਸਿਸ਼ਠ ਆਦਿ ਰਿਸ਼ੀ ਮੁਨੀ ਅਤੇ ਜੋਗੀ ਜੋ ਪਰਮੇਸ਼ਰ ਨਾਲ ਸਮਾਧੀਆਂ ਦੁਆਰਾ ਜੁੜੇ ਹੋਏ ਨੇ। ਭਾਈ ਗੁਰਦਾਸ ਜੀ ਦੇ ਵਾਕਾਂ ਅਨੁਸਾਰ ਗੁਰਮੁਖ ਜੋਗੀ ਜਾਗਦੇ ਵਾਹ ਜੋਗੀ ਗੁਰਮੁਖ ਵੀ ਸਿਵ ਅਤੇ ਸਿਵ ਜੀ ਅਤੇ ਭਗਤ ਟੱਲੀਆਂ ਦੀ ਧੁਨੀ ਕਰਨ ਵਾਲੇ ਆ ਸਾਰੇ ਉਤਮ ਬਿਰਤੀ ਵਾਲੇ ਭੇਖਧਾਰੀ ਮਹਾਤਮਾ ਲੋਕ ਸਭ ਤੋਂ ਵੱਡਾ ਸਤਿਗੁਰੂ ਨਾਨਕ ਦਾ ਧਿਆਨ ਧਰਦੇ ਹੋਏ ਅਤੇ ਧਿਆਨ ਕਰਦੇ ਹਨ। ਗਾਵਹਿ ਇੰਦਰਾਦ ਭਗਤ ਪ੍ਰਹਿਲਾਦਿਕ ਆਤਮ ਰਸ ਜਿਨ ਜਾਣਿਓ। ਗਾਵੇ ਗਾਉਂਦੇ ਨੇ ਇੰਦਰਾਦ ਸਵਰਗ ਦਾ ਰਾਜਾ
ਇੰਦਰ ਅਤੇ ਆਪ ਹੋਰ ਸਾਰੇ ਹੀ ਦੇਵਤੇ, ਪ੍ਰਹਿਲਾਦਕ ਭਗਤ ਪ੍ਰਹਿਲਾਦ ਅਤੇ ਹੋਰ ਸਾਰੇ ਹੀ ਭਗਤ, ਆਤਮ ਰਸ ਕਹੀਏ ਬ੍ਰਹਮਾਨੰਦ, ਅਤੇ ਜਿਸ ਨੂੰ ਗੁਰੂ ਨਾਨਕ ਜੀ ਨੇ ਸਵਰਗ ਦਾ ਰਾਜਾ ਇੰਦਰ ਦੇਵਤਾ ਅਤੇ ਹੋਰ ਸਮੂਹ ਦੇਵਤੇ ਧੰਨ ਗੁਰੂ ਨਾਨਕ ਦੇਵ ਜੀ ਦੇ ਗੁਣ ਗਾਉਂਦੇ ਹਨ, ਉਪਮਾ ਕਰਦੇ ਹੋਏ ਅਰਜ਼ੋਈਆਂ ਕਰਦੇ ਹਨ ਕਿ ਸਾਨੂੰ ਗੁਰੂ ਨਾਨਕ ਦੇਵ ਜੀ ਦੀ ਸਿੱਖੀ ਪ੍ਰਾਪਤ ਹੋਵੇ ਤਾਂ ਮੁਕਤੀ ਮਿਲੇ, ਤਾਂ ਉਧਾਰ ਹੋਵੇ। ਦੇਵਤਿਆਂ ਨੂੰ ਇਹ ਬੋਧ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਕਲਯੁਗ ਵਿੱਚ ਇਹ ਧਰਮ ਚਲਾ ਕੇ ਸਭ ਭਲੇ ਪੁਰਸ਼ਾਂ ਨੂੰ ਇਹ ਮਾਰਗ ਦੱਸਿਆ ਹੈ। ਜੋ ਵੀ ਦੇਵ ਦੈਂਤ ਮਨੁੱਖ ਗੁਰੂ ਨਾਨਕ ਦੇਵ ਜੀ ਦੇ ਮਾਰਗ ਤੇ ਆਵੇਗਾ ਉਸ ਨੂੰ ਕੋਈ ਪਾਪ ਨਹੀਂ ਸਤਾਵੇਗਾ, ਕੋਈ ਪਾਪ ਵੀ ਸਤਾਵੇਗਾ ਨਹੀਂ। ਗੁਰੂ ਨਾਨਕ ਪੰਥੀਆਂ ਦੇ ਸਭ ਪਾਪ ਤਾਪ ਪ੍ਰਭੂ ਜੀ ਨਾਸ਼ ਕਰ ਦੇਵੇਗਾ, ਸਭ ਪ੍ਰਕਾਰ ਦੇ ਦੁੱਖਾਂ ਭੁੱਖਾਂ ਤੋਂ ਛੁਟਕਾਰਾ ਹੋਵੇਗਾ ਅਤੇ ਅੰਤ ਸਮੇਂ ਕਲੂ ਕਾਲ ਦੇ ਜਾਲ ਤੋਂ ਵੀ ਮੁਕਤ ਹੋ ਜਾਵੇਗਾ। ਸਤਿਗੁਰ ਤੋਂ ਲੈ ਕੇ ਭਗਤ ਪ੍ਰਹਿਲਾਦ ਜੀ ਅਤੇ ਹੋਰ ਸਾਰੇ ਹੀ ਭਗਤ, ਕਲਯੁਗ ਤੱਤ ਭਗਤ ਕਬੀਰ ਜੀ, ਨਾਮਦੇਵ ਜੀ, ਰਵਿਦਾਸ ਜੀ ਸਮੂਹ ਭਗਤ ਹਨ ਅਤੇ ਭਗਤ ਜਨ ਉਸ ਗੁਰੂ ਨਾਨਕ ਦੇਵ ਜੀ ਦੀ ਸੋਭਾ ਕਰਦੇ ਨੇ, ਭਗਤੀ ਕਰਦੇ ਨੇ। ਜਿਸ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਵੈ ਸਰੂਪ ਨੂੰ ਜਾਣ ਲਿਆ ਹੈ ਅਤੇ ਆਪਣੇ ਮੂਲ ਨੂੰ ਪਛਾਣ ਲਿਆ ਹੈ, ਕਿਉਂਕਿ ਸਤਿਗੁਰੂ ਜੀ ਤਾਂ ਆਪ ਹੀ ਪਰਮੇਸ਼ਰ ਜੋਤ ਸਰੂਪ ਹਨ। ਅੱਗੇ ਗੁਰੂ ਕਲਗੀਧਰ ਜੀ ਦਾ ਮੁਖਾਰਬਿੰਦ ਪ੍ਰਮਾਣ ਚੌਪਈ, ਤਿੰਨ ਗੁਰੂ ਨਾਨਕ ਦੇਵ ਜੀ ਨੇ ਇਹ ਕਲਮੋ ਧਰਮ ਚਲਾਇਓ ਕਹਿ ਕੇ ਸਭ ਸਾਧਨ ਕੋ ਰਾਹੋ ਬਤਾਇਓ, ਜੋ ਤਾਕੇ ਮਾਰਗ ਮਹਿ ਆਏ ਤੇ ਕਬਹੂ ਨਹੀਂ ਪਾਪ ਸੰਤਾਏ। ਜੇ ਪੰਥ ਤਵਨ ਕੇ ਪਰੇ, ਪਾਪ ਤਾਪ ਤਿਨ ਕੇ ਪ੍ਰਭ ਹਰੇ। ਦੁਖ ਭੁਖ ਕਬਹੂ ਨਾ ਸੰਤਾਏ, ਜਾਲ ਕਾਲ ਕੇ ਬੀਚ ਨਾ ਆਏ। ਆਪ ਨਰੈਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਜੋਤ ਰੂਪ ਮੈਂ ਹੈ ਆਪ ਗੁਰੂ ਨਾਨਕ ਕਹਾਇਓ। ਕਬ ਕਲ ਸੁਲਜਸ ਗਾਵੋ ਗੁਰੂ ਨਾਨਕ, ਰਾਜ ਜੋਗ ਜਿਨ ਮਾਣਿਓ। ਕਥ ਕੱਲ ਕਹਿੰਦੇ ਕੱਲ ਭੱਟ, ਸ੍ਰੇਸ਼ਟ ਰਸ ਗੁਰੂ ਨਾਨਕ ਦੇਵ ਜੀ। ਰਾਜ ਜੋ ਕਹੀਏ ਸੁਖੈਨ ਜੋਗ, ਜਿਸ ਵਿੱਚ ਹੱਠ ਆਦ ਨਾ ਕਰਨਾ ਪਵੇ। ਗਿਆਨ ਜੋਗ ਜਿਸ ਅਤੇ ਜੈਨ ਕਹੀਏ ਜਿਸ ਗੁਰੂ ਨੇ। ਕੱਲ ਕਵੀ ਆਪਣੇ ਸੰਗੀ ਕਵੀਆਂ ਭੱਟਾਂ ਨੂੰ ਅਥਵਾ ਸਾਰੇ ਸੰਸਾਰ ਦੇ ਲੋਕਾਂ ਨੂੰ ਪ੍ਰਕਾਰ ਦੇ ਕਹਿੰਦਾ ਹੈ ਅਤੇ ਭਾਈਓ ਤੁਸੀਂ ਸਭ ਇਕੱਤਰ ਹੋ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉੱਤਮ ਗੁਣਾਂ ਦਾ ਗਾਇਨ ਕਰੋ। ਜਿਸ ਗੁਰੂ ਨਾਨਕ ਦੇਵ ਜੀ ਨੇ ਹੱਠ ਜੋਗ ਨੂੰ ਨਕਾਰ ਕੇ ਭਗਤੀ ਯੋਗ ਦੇ, ਗਿਆਨ ਯੋਗ ਦੇ ਆਦ ਨੂੰ ਮਾਣਿਆ। ਗ੍ਰਸਥ ਵਿੱਚ ਰਹਿੰਦੇ ਹੋਏ, ਸੰਸਾਰ ਵਿੱਚ ਵਿਚਰਦਿਆਂ ਹੋਇਆਂ ਵਾਹਿਗੁਰੂ ਜੀ ਦੇ ਰਸ ਨੂੰ ਮਾਣਿਆ ਹੈ। ਵਿੱਚੇ ਗ੍ਰਹਿ ਸਦਾ ਰਹਿ ਉਦਾਸੀ, ਜਿਉ ਕਮਲ ਰਹਿ ਵਿੱਚ ਪਾਣੀ ਹੈ ਦੇ ਮਹਾਂਵਾਕ ਅਨੁਸਾਰ। ਰੇ ਮਨ ਐਸੇ ਕਰ ਸੰਸਾਰ ਐਸੋ ਕਰ ਸੰਨਿਆਸਾ, ਬਨ ਸੇ ਬਦਨ ਸਭੈ ਕਰ ਸਮਝੋ, ਮਨ ਹੀ ਮਾਹਿ ਉਦਾਸਾ। ਗਾਵਹਿ ਜਨਕਾਦ ਜੁਗਤ ਜੋਗੇਸ਼ਰ, ਹਰ ਰਸ ਪੂਰਨ ਸਰਬ ਕਲਾ। ਗਾਵਹਿ ਗਾਉਂਦੇ ਨੇ ਜਨਕਾਦ ਵਿਦੇਹ ਮੁਕਤ ਰਾਜਾ ਜਨਕ ਹੋਰਨਾਂ ਸਮੇਤ, ਜੋਤ ਜੁੜ ਕੇ ਮਿਲ ਕੇ ਜੋਗੇਸ਼ਰ ਵੱਡੇ ਵੱਡੇ ਜੋਗੀ ਮੁਖੀ, ਹਰ ਰਸ ਪੂਰਨ ਹਰੀ ਦੇ ਰਸ ਨਾਲ ਭਰਪੂਰ ਹਨ ਗੁਰੂ ਨਾਨਕ ਦੇਵ ਜੀ। ਸਕਲ ਕਲਾ ਸਰਬ ਕਲਾ, ਜਿਵੇਂ ਪਰਸਨਾਮ 10 ਕਲਾ ਅਵਤਾਰ ਸੀ, ਸ੍ਰੀ ਰਾਮਚੰਦਰ ਜੀ 14 ਕਲਾ ਅਵਤਾਰ ਸੀ, ਸ੍ਰੀ ਕ੍ਰਿਸ਼ਨ ਜੀ 16 ਕਲਾ ਅਵਤਾਰ ਸੀ, ਆਦ ਵਗੈਰਾ। ਸੇ ਗੁਰੂ ਨਾਨਕ ਦੇਵ ਜੀ ਸਰਬ ਕਲਾ ਸਮਰੱਥ ਸੁਆਮੀ ਹੈ। ਅੰਤ ਕਲਾ ਹੋਏ ਠਾਕਰ ਚੜ੍ਹਿਆ। ਵੱਡੇ ਵੱਡੇ ਮੁਖੀ ਜੋਗੀਆਂ ਨਾਲ ਮਿਲ ਕੇ ਰਾਜਾ ਜਨਕ ਅਤੇ ਹੋਰ ਅਭਿਆਸੀ ਰਾਜੇ ਪ੍ਰੇਮ ਵਿੱਚ ਜੁੜ ਕੇ ਸਰਬ ਕਲਾ ਸਮਰੱਥ ਵਾ ਹਰ ਪ੍ਰਕਾਰ ਦੀ ਸੱਤਿਆ ਵਾਲੇ ਧੰਨ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਵਡਿਆਈ ਕਰਦੇ ਇਹ ਗੁਣ ਗਾਇਨ ਕਰਦੇ ਨੇ। ਪ੍ਰਗਟ ਸਗਲ ਮਹਿ ਭਵਨ ਹਾਰ, ਪ੍ਰਗਟ ਸਗਲ ਹਰ ਭਵਨ ਮਹਿ, ਜਨ ਨਾਨਕ ਗੁਰ ਪਾਰ ਬ੍ਰਹਮ। ਗਾਵਹਿ ਸਨਕਾਦ ਸਾਧ ਸਿਧਾਦਿਕ, ਮੁਨ ਜਨ ਗਾਵਹਿ ਅਛਲ ਛਲਾ। ਗਾਵਹਿ ਗਾਉਂਦੇ ਹਨ ਸਨਕਾਦ, ਸਨਕ, ਸੰਦਨ, ਸੰਤ ਕੁਮਾਰ ਅਤੇ ਸਨਾਤਨ। ਸਿਧਾਦਿਕ ਇਹ ਸਿੱਧ ਲੋਕ, ਜੋਗੀ ਅਤੇ ਜੋਗੀ ਜਨ ਸ਼ਕਤੀ ਵਾਲਾ ਸੰਤ। ਸਿੱਧਾਂ ਦੀ ਗਿਣਤੀ ਵਿੱਚ 88,000 ਦੱਸੀ ਹੈ। ਅਤੇ ਮੁਨ ਕਹੀਏ ਮੁਨੀ, ਜਿਸ ਮਨ ਦੁੱਖ ਨਾਲ ਵਿਆਕਲ ਨਾ ਹੋਵੇ।
ਸੋ ਮਨ ਜੇ ਮਨ ਕੀ ਦੁਬਦਾ ਮਾਰੇ, ਛਲ ਜੋ ਛਲਿਆ ਨਾ ਜਾਵੇ। ਛਲ ਮਾਇਆ ਚੇਤਨ ਅਤੇ ਫਲ ਛਲ। ਬ੍ਰਹਮਾ ਜੀ ਦੇ 4 ਪੁੱਤਰ ਸਨ, ਸਨਕ, ਸਨੰਤਨ, ਸੰਤ ਕੁਮਾਰ, ਸਨਾਤਨ। ਸਾਧਨਾ ਕਰਕੇ ਸਾਧੂ ਲੋਕ ਸਮੇਰ ਪਰਬਤ ਦੇ ਵਾਸੀ ਬੜੀਆਂ ਬੜੀਆਂ ਤਾਕਤਾਂ ਵਾਲੇ ਸਿੱਧ ਆਦਿਕ ਅਤੇ ਹੋਰ ਰਿਸ਼ੀ ਮੁਨੀ ਸਾਧੂ ਹਨ। ਜੈਸੇ ਦੀਨ ਦਿਆਲ ਜਾਹਰ ਪੀਰ ਭਗਤ ਗੁਰ ਬਾਬਾ ਗੁਰੂ ਨਾਨਕ ਦੇਵ ਜੀ ਨੂੰ ਗਾਉਂਦੇ ਹਨ, ਜਿਸ ਗੁਰੂ ਨੂੰ ਮਾਇਆ ਛਲ ਨਹੀਂ ਸਕਦੀ ਹੈ। ਗਾਵੈ ਗੁਣ ਧੂਮ ਅਟਲ ਮੰਡਲਵੈ, ਭਗਤ ਭਾਏ ਰਸ ਜਾਣਿਓ। ਧੂਮ ਕਹੀਏ ਪਾਂਡਵਾਂ ਦਾ ਬਹੁਤ ਪ੍ਰੋਹਤ ਇੱਕ ਰਿਸ਼ੀ। ਮੰਡਲਵੈ ਮੰਡਲ ਸੱਚਖੰਡ ਦਾ ਦੁਆਰਾ। ਅਡੋਲ ਅਸਥਾਨ ਧਰੂਮ ਭਗਤ ਦਾ ਆਸਣ। ਭਗਤ ਭਾਏ ਕਹੀਏ ਭਗਤੀ ਭਾਵਨਾ ਆਨੰਦ। ਜਿਸ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਨੇ ਭਗਤੀ ਭਾਵਨਾ ਦੁਆਰਾ ਪ੍ਰਭੂ ਜੀ ਦੇ ਮਿਲਾਪ ਦਾ ਆਨੰਦ ਮਾਣਿਆ ਹੈ, ਐਸੇ ਗੁਰੂ ਬਾਬਾ ਜੀ ਦੇ ਗੁਣਾਂ ਨੂੰ ਧੂਮ ਕਹੀਏ ਰਿਸ਼ੀ ਜੀ ਅਤੇ ਨਿਰੰਕਾਰ ਜੀ ਦੇ ਨਿਵਾਸ ਸੱਚਖੰਡ ਦੇ ਦੁਆਰੇ ਦਾ ਵਾਸੀ ਧਰੂਮ ਭਗਤ ਵੀ ਉਹਨਾਂ ਨੂੰ ਗਾਉਂਦਾ ਹੈ। ਕਬ ਕਲ ਸੋ ਜਸ ਗਾਵੋ ਗੁਰ ਨਾਨਕ, ਰਾਜ ਜੋਗ ਜਿਨ ਮਾਣਿਓ। ਕਾਵ ਕੱਲ ਕਹੀਏ ਕੱਲ ਕਵੀ, ਸੋ ਜਸ ਗਾਵੋ ਪਵਿੱਤਰ ਵਡਿਆਈ ਸੋਭਾ ਗਾਉਣਾ ਕਰੋ। ਗੁਰੂ ਨਾਨਕ ਪਾਰ ਬ੍ਰਹਮ ਸਰੂਪ ਸ੍ਰੀ ਗੁਰੂ ਨਾਨਕ ਦੇਵ ਜੀ ਰਾਜਯੋਗ ਸੰਸਾਰ ਵਿੱਚ ਵਿਚਰਦਿਆਂ ਹੋਇਆਂ ਪ੍ਰਭੂ ਨਾਲ ਜੁੜਨਾ, ਜਿਸ ਨਾਲ ਬਾਬਾ ਨਾਨਕ ਦੇਵ ਜੀ ਅਤੇ ਉਹਨਾਂ ਦੇ 17 ਭੱਟਾਂ ਵਿੱਚੋਂ ਇੱਕ ਭੱਟ ਜਿਸ ਦਾ ਨਾਮ ਕੱਲ ਹੈ, ਉਹ ਕਹਿੰਦਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਸੋ ਜਸ ਕਹੀਏ ਪਵਿੱਤਰ ਜਸ ਨੂੰ ਗਾਉਣਾ ਕਰੋ। ਜਿਸ ਗੁਰੂ ਬਾਬਾ ਨਾਨਕ ਨੇ ਮੱਝਾਂ ਗਾਵਾਂ ਚਾਰਦੇ ਹੋਇਆਂ, ਵਪਾਰ ਕਰਦਿਆਂ ਹੋਇਆਂ ਅਤੇ ਮੋਦੀਖਾਨੇ ਦੀ ਕਾਰ ਕਰਦਿਆਂ ਹੋਇਆਂ, ਆਦ ਸੰਸਾਰ ਦੇ ਕਾਰਜ ਕਰਦੇ ਹੋਇਆਂ ਆਪ ਭਗਤੀ ਦਾ ਆਨੰਦ ਮਾਣਿਆ ਅਤੇ ਹੋਰਨਾਂ ਤੇ ਘਨੇਰੀ ਬਖਸ਼ਿਸ਼ ਕੀਤੀ। ਨਾਨਕ ਰਾਜ ਚਲਾਇਆ, ਸੱਚ ਕੋਟ ਸੁਤਾਣੀ ਨੀਵ ਦਾ। ਗਾਵਹਿ ਕਪਿਲਾਦ ਆਦ ਜੋਗੇਸ਼ਵਰ, ਅਪਰੰਪਰ ਅਵਤਾਰ ਵਰੋ। ਕਪਿਲਾਦ ਕਹੀਏ ਕਪਿਲ ਮੁਨੀ ਆਦ ਜੋਗੇਸ਼ਵਰ ਮੁੱਢ ਸਮੇਂ ਤੋਂ ਲੈ ਕੇ ਜੋਗੀ ਸਨ। ਅਪਰੰਪਰ ਜਿਸ ਦਾ ਪਾਰਾਵਾਰ ਨਾ ਪਾਇਆ ਜਾ ਸਕੇ। ਅਵਤਾਰ ਬਰੇ ਅਵਤਾਰਾਂ ਚੋਂ ਬਰੋ ਸ਼੍ਰੋਮਣੀ ਅਵਤਾਰ ਗੁਰੂ ਨਾਨਕ ਦੇਵ ਜੀ। ਸ੍ਰੀ ਗੁਰੂ ਨਾਨਕ ਆਪ ਪਰਮੇਸ਼ਰ ਅਵਤਾਰ ਲਿਓ ਸੋਭ ਵੰਸ ਪ੍ਰਭ ਅਤੇ ਪ੍ਰਾਰਥਨਾ ਸ੍ਰੀ ਗੁਰੂ ਸਰਵਲੋਕ ਗ੍ਰੰਥ ਵਿੱਚ ਕਪਿਲ ਮੁਨੀ ਆਦਿਕ ਰਿਸ਼ੀ ਅਤੇ ਆਦਿਕਾਲ ਸਮੇਂ ਦੇ ਵੱਡੇ ਵੱਡੇ ਜੋਗੀ ਲੋਕ ਪਰਮੇਸ਼ਰ ਦੇ ਸ਼੍ਰੋਮਣੀ ਅਵਤਾਰ ਧੰਨ ਧੰਨ ਗੁਰੂ ਨਾਨਕ ਦੇਵ ਜੀ ਗਾਉਂਦੇ ਹਨ ਅਤੇ ਸੋਭਾ ਕਰਦੇ ਹਨ। ਗਾਵੈ ਜਗ ਦਮਨ ਪਰਸੁਰਾਮੇਸ਼ਵਰ, ਕਰ ਕੋਠਾਰ ਰਗ ਤੇਜ ਹਰਿਓ। ਜਮਦਗਨ ਕਹੀਏ ਭ੍ਰਿੰਗੂ ਵੰਸ਼ ਵਿੱਚੋਂ ਇੱਕ ਬ੍ਰਾਹਮਣ, ਜੇ ਪਿਤਾ ਰਸੀਕ ਅਤੇ ਮਾਤਾ ਸਤਿਆ ਦਾ ਪੁੱਤਰ ਹੈ ਅਤੇ ਪਰਮੇਸ਼ਰ ਈਸ਼ਰ ਦੀ ਅੰਸ਼ ਪਰਸੁਰਾਮ ਜਮਦਗਨੀ ਦਾ ਪੁੱਤਰ। ਪਰਸੁਰਾਮ ਦੀ ਮਾਤਾ ਦਾ ਨਾਮ ਰੇਣਕਾ ਹੈ। ਕਰ ਹੱਥ ਕੁਠਾਰ ਕੁਹਾੜਾ ਰਗ ਰਘੂ ਕੁਲ ਵੰਸੀ ਸ੍ਰੀ ਰਾਮਚੰਦਰ ਜੀ। ਤੇਜ ਪ੍ਰਤਾਪ ਬਲ ਸ਼ਕਤੀ ਹਰਿਓ ਖਿੱਚ ਲੈਣਾ। ਜਿਸ ਸਮਰੱਥ ਸਰਵ ਸ਼ਕਤੀਵਾਨ ਪ੍ਰਭੂ ਦੇ ਜਸ ਨੂੰ ਜਮਦਗਨੀ ਵੀ ਗਾਉਂਦਾ ਹੈ। ਹਮੇਸ਼ਾ ਹੀ ਆਪਣੇ ਹੱਥ ਵਿੱਚ ਕੁਹਾੜੇ ਨੂੰ ਰੱਖਣ ਵਾਲਾ ਤ੍ਰੇਤੇ ਯੁੱਗ ਦਾ ਪਰਸੁਰਾਮ, ਉਹ ਵੀ ਪ੍ਰਭੂ ਦੇ ਜਸ ਨੂੰ ਗਾਉਂਦਾ ਹੈ। ਅਤੇ ਉਸ ਵੱਡੇ ਕੁਹਾੜੇ ਧਾਰੀ ਤੇਜ ਪ੍ਰਤਾਪੀ ਪਰਸੁਰਾਮ, ਉਹਨਾਂ ਦੇ ਤੇਜ ਪ੍ਰਤਾਪ ਥਲ ਬਲ ਸ਼ਕਤੀ ਨੂੰ ਖਿੱਚ ਲੈਣ ਵਾਲਾ 14 ਕਲਾ ਅਵਤਾਰ ਸ੍ਰੀ ਗੁਰੂ ਰਾਮਚੰਦਰ ਜੀ। ਸ੍ਰੀ ਰਾਮਚੰਦਰ ਵੀ ਜਿਸ ਪ੍ਰਭੂ ਦੇ ਜਸ ਨੂੰ ਗਾਉਂਦਾ ਹੈ। ਉਦੋ ਅਕਰੂਰ ਬਿਦਰ ਗੁਣ ਗਾਵੈ, ਸਰਬਾਤਮ ਜਿਨ ਜਾਣਿਓ। ਉਦੋਂ ਕਹੀਏ ਅਕਰੂਰ ਅਤੇ ਦੋਵੇਂ ਸ੍ਰੀ ਗੁਰੂ ਕ੍ਰਿਸ਼ਨ ਜੀ ਦੇ ਚਾਚੇ ਸਨ। ਉਦੋਂ ਭਾਵੇਂ ਸ੍ਰੀ ਕ੍ਰਿਸ਼ਨ ਜੀ ਦਾ ਚਾਚਾ ਸੀ ਪਰ ਮਿੱਤਰ ਵੀ ਪੂਰਾ ਸੀ। ਦੋਵੇਂ ਚਾਚਾ ਭਤੀਜਾ ਇੱਕ ਦੂਜੇ ਨਾਲ ਦਿਲ ਦੀਆਂ ਗੱਲਾਂ ਕਰ ਲੈਂਦੇ ਸਨ। ਉਦੋਂ ਹੀ ਦਵਾਰਕਾ ਨਗਰੀ ਤੋਂ ਸ੍ਰੀ ਕ੍ਰਿਸ਼ਨ ਜੀ ਦੇ ਸਨੇਹੇ ਤੇ ਪੱਤਰ ਲੈ ਕੇ ਆਪਣਾ ਵਿਦਿਆਮਾਨ ਦੀ ਬਰਾਬਰ ਦੀਆਂ ਗੋਪੀਆਂ ਕੋਲ ਗਿਆ ਸੀ। ਅਕਰੂਰ ਕ੍ਰਿਸ਼ਨ ਜੀ ਅਤੇ ਬਲਰਾਮ ਨੂੰ ਕੰਸ ਵੱਲੋਂ ਜੱਗ ਦਾ ਨਿਉਂਦਾ ਦੇ ਕੇ ਗੋਕਲ ਤੋਂ
ਮਥੁਰਾ ਲੈ ਕੇ ਗਿਆ ਸੀ, ਜਿੱਥੇ ਸ੍ਰੀ ਕ੍ਰਿਸ਼ਨ ਜੀ ਨੇ ਕੰਸ ਨੂੰ ਮਾਰ ਮੁਕਾਇਆ ਅਤੇ ਆਪਣੇ ਨਾਲ ਉਗਰਸੈਨ ਨੂੰ ਰਾਜਗੱਦੀ ਤੇ ਬਿਠਾਇਆ। ਊਧਵ ਅਤੇ ਅਕਰੂਰ ਰਿਸ਼ਤਾ ਭਾਵ ਤੋਂ ਉੱਪਰ ਦੀ ਸ੍ਰੀ ਕ੍ਰਿਸ਼ਨ ਭਗਵਾਨ ਜੀ ਅਤੇ ਕ੍ਰਿਸ਼ਨ ਭਗਵਾਨ ਜੀ ਪਰ ਪੂਰਨ ਸ਼ਰਧਾ ਰੱਖਦੇ ਸਨ। ਬਿਦਰ ਸ੍ਰੀ ਕ੍ਰਿਸ਼ਨ ਦਾ ਭਗਤ, ਸਰਬਾਤਮ ਸਭ ਦਾ ਆਤਮਾ ਰੂਪ। ਊਧਵ, ਅਕਰੂਰ ਅਤੇ ਬਿਦਰ ਦਾ ਭਗਤ ਇਹ ਸਾਰੇ ਹੀ ਜਿਸ ਪ੍ਰਭੂ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਹਨ। ਬਿਦਰ ਜੀ ਨੇ ਵੀ ਤਾਂ ਸਭ ਨੂੰ ਆਪਣਾ ਰੂਪ ਹੀ ਜਾਣਿਆ ਹੋਇਆ ਸੀ। ਸਭਨਾ ਜੀਆਂ ਵਿੱਚ ਸ੍ਰੀ ਰਾਮ ਜੀ ਨੂੰ ਰਮਿਆ ਹੋਇਆ ਜਾਣ ਲਿਆ ਹੈ। ਸਭ ਮੈਂ ਰਵ ਰਹਿਆ ਸੋ ਪ੍ਰਭ ਅੰਤਰਜਾਮੀ ਰਾਮ। ਕਬ ਕਲ ਸੋ ਜਸ ਗਾਵੋ ਗੁਰ ਨਾਨਕ ਰਾਜ ਜੋਗ ਜਿਨ ਮਾਣਿਓ। ਕਬ ਕਲ ਨਾਮ ਕਵੀ ਸੋ ਜਸ ਪਵਿੱਤਰ ਵਡਿਆਈ। ਰਾਜਯੋਗ ਸੰਸਾਰ ਵਿੱਚ ਵਿਚਰਦਿਆਂ ਉੱਚੀ ਅਵਸਥਾ ਹੋਣੀ, ਪ੍ਰੇਮਾ ਭਗਤੀ ਕਰਨੀ, ਜਿਸ ਕਹੀਏ ਜਿਸ ਨੇ। ਕੱਲ ਕਵੀ ਆਪਣੇ ਨਾਲ ਦੇ ਸਾਥੀਆਂ ਸੰਗੀਆਂ ਵਾ ਸੰਸਾਰ ਦੇ ਸਭਨਾ ਲੋਕਾਂ ਨੂੰ ਕਹਿੰਦਾ ਹੈ ਕਿ ਹੇ ਭਾਈਓ, ਉਸ ਇੱਕ ਬਾਬਾ ਅਕਾਲ ਰੂਪ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਵਿੱਤਰ ਜਸ ਨੂੰ ਗਾਵੇ, ਜਿਸ ਭਗਤ ਗੁਰੂ ਬਾਬਾ ਜੀ ਦੇ ਭਗਤੀ ਯੋਗ ਦੇ ਆਨੰਦ ਨੂੰ ਮਾਣਿਆ ਹੈ। ਗਾਵਹਿ ਗੁਣ ਵਰਨ ਚਾਰ ਖਟ ਦਰਸ਼ਨ ਬ੍ਰਹਮਾਦਿਕ ਸਿਮਰੰਥ ਗੁਣਾ। ਗਾਵੇ ਗੁਣ ਗਾਉਂਦੇ ਹਨ, ਬਚਨ ਚਾਰ ਬ੍ਰਾਹਮਣ ਕਹੀਏ ਖੱਤਰੀ, ਵੈਸ, ਸੂਦਰ ਚਾਰੇ ਵਰਨ। ਖਟ ਦਰਸ਼ਨ ਛੇ ਭੇਖ, ਜੋਗੀ, ਜੰਗਮ, ਸਰੇਵੜੇ, ਸੰਨਿਆਸੀ, ਬੈਰਾਗੀ, ਮਦਾਰੀ ਸਿਮਰੰਥ ਸਿਮਰਦੇ ਹਨ। ਗੁਣਾ ਸਮੂਹ ਗੁਣ ਵੱਡੀ ਵਡਿਆਈ। ਚਾਰੇ ਵਰਨ ਛੇ ਭੇਖ, ਬ੍ਰਹਮਾ ਜੀ ਤੇ ਬ੍ਰਹਮਪੁਰੀ ਦੇ ਵਾਸੀ ਦੇਵਤੇ ਵਾ ਮੁਖੀ ਦੇਵਤੇ ਸਾਰੇ ਹੀ ਗਿਆਨ ਰੱਖਦੇ ਹਨ ਕਿ ਸਭ ਪੁਰੀਆਂ ਵਿੱਚ ਇਹ ਗੱਲ ਪ੍ਰਸਿੱਧ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਪਾਰ ਬ੍ਰਹਮ ਸਰੂਪ ਹਨ। ਪ੍ਰਗਟ ਸਗਲ ਹਰ ਭਵਨ ਮਹਿ, ਜਨ ਨਾਨਕ ਗੁਰ ਪਾਰ ਬ੍ਰਹਮ। ਤਾਂ ਕਰਕੇ ਆਪਣੀ ਸ਼ਕਤੀ ਲਈ ਸਰਬੱਤ ਹੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਗੁਣ ਗਾ ਰਹੇ ਹਨ। ਆਪਣੇ ਉਧਾਰ ਲਈ ਹਰ ਗੁਰੂ ਨਾਨਕ ਜਿਨ ਸਿਮਰਿਓ, ਤਿਨ ਸਭ ਕੁਲ ਕੀਓ ਉਧਾਰ। ਗਾਵੈ ਗੁਣ ਸ਼ੇਸ਼ ਸਹਸ ਜੇ ਬਾਰਸ ਆਦ ਅੰਤ ਲਿਵ ਲਾਗ ਤੁਨਾ। ਸ਼ੇਸ਼ ਸ਼ੇਸ਼ਨਾਗ, ਸਹਸ ਕਹੀਏ ਹਜ਼ਾਰ, ਜਿਹਬਾ ਜੀਬਾਂ ਜਵਾਨ, ਰਸ ਪ੍ਰੇਮ ਆਦਿ ਅੰਤ ਸਦਾ ਇੱਕ ਰਸ। ਲਿਵ ਕਹੀਏ ਬ੍ਰਿਤੀ ਦੀ ਇਕਾਗਰਤਾ, ਲਾਗ ਤੁਨਾ ਧੁਨੀ ਲਾ ਕੇ। ਸ਼ੇਸ਼ਨਾਗ ਹਜ਼ਾਰਾਂ ਜੀਬਾਂ ਨਾਲ ਪ੍ਰੇਮ 'ਚ ਭਿੱਜ ਕੇ ਇੱਕ ਰਸ ਸ਼ਬਦ ਨਾਦ ਸ਼ਹਿਰ ਪਰਮੇਸ਼ਰੀ ਜੋਤ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਗੁਣਾਂ ਦਾ ਗਾਇਨ ਕਰ ਰਿਹਾ ਹੈ। ਗਾਵੈ ਗੁਣ ਮਹਾਦੇਵ ਬੈਰਾਗੀ ਜਿਨ ਧਿਆਨ ਨਿਰੰਤਰ ਜਾਣਿਓ। ਗਾਵੇ ਗੁਣ ਗਾ ਰਿਹਾ ਹੈ ਮਹਾਦੇਵ ਬੈਰਾਗੀ ਤਿਆਗੀ, ਜਿਸ ਨੇ ਧਿਆਨ ਚਾਰੇ ਪਾਸਿਆਂ ਤੋਂ ਮਨ ਨੂੰ ਰੋਕ ਕੇ ਇੱਕ ਵਿਸ਼ੇਸ਼ ਤੇ ਟਿਕਾਉਣਾ, ਨਿਰੰਤਰ ਅੰਤਰੇ ਤੋਂ ਬਿਨਾਂ ਇੱਕ ਰਸ ਪੂਰੀ ਤਰ੍ਹਾਂ ਅੰਦਰ ਦਿਲ ਵਿੱਚ। ਮਹਾਨ ਬੈਰਾਗ ਵਿਆਗ ਤਿਆਗ ਦੇ ਧਾਰਨ ਧਾਰੀ ਸਿਵ ਜੀ ਅਤੇ ਜਿਸ ਪ੍ਰਭੂ ਦੇ ਗੁਣਾਂ ਨੂੰ ਗਾਉਂਦੇ ਹਨ, ਜਿਸ ਸਿਵ ਜੀ ਨੇ ਇੱਕ ਰਸ ਅੰਤਰਮੁਖ ਵਿਰੋਧੀ ਸੰਯੁਕਤ 88,000 ਯੁੱਗ ਚੌਂਕੜੇ ਅਤੇ ਸਤਿਤ ਹੋ ਕੇ ਧਿਆਨ ਧਰਨਾ ਹੀ ਜਾਣਿਆ, ਜਿਸ ਪ੍ਰਕਾਰ ਦਾ ਪਰਮੇਸ਼ਰ ਦਾ। ਕਬ ਕਲ ਸੋ ਜਸ ਗਾਵੋ ਗੁਰ ਨਾਨਕ ਰਾਜ ਜੋਗ ਜਿਨ ਮਾਣਿਓ। ਕਬ ਕਲ ਨਾਮ ਭਟਦਾ ਹੀ ਹੈ ਅਤੇ ਸੋ ਜਸ ਪਵਿੱਤਰ ਉਪਮਾ ਜਸ ਗੁਰੂ ਨਾਨਕ ਪ੍ਰਕਾਸ਼ ਰੂਪ, ਜਿਸ ਵਿੱਚ ਅਨਕੇਤਰ ਨਹੀਂ, ਅਦਵੈਤ ਰੂਪ, ਸਭ ਵਰਨਾਂ ਦੇ ਸਾਂਝੇ ਅਕਾਲ ਜੋਤ ਸ੍ਰੀ ਗੁਰੂ ਨਾਨਕ ਦੇਵ ਜੀ। ਅਤੇ ਕੱਲ ਕਵੀ ਪ੍ਰਕਾਰ ਕਹਿੰਦਾ ਹੈ ਕਿ ਮੇਰੇ ਸੰਗੀ ਭੱਟ ਵੀਰ ਨੂੰ ਵਾ ਐਵੇਂ ਸੰਸਾਰ ਦੇ ਲੋਕੋ, ਉਸ ਪਰਮੇਸ਼ਰ ਦੇ ਸਰੂਪ ਜਗਤ ਗੁਰੂ ਬਾਬਾ ਜੀ ਹਨ, ਉਹਨਾਂ ਦੇ ਪਵਿੱਤਰ ਜਸ ਨੂੰ ਗਾਉਣਾ ਕਰੋ, ਜਿਸ ਗੁਰੂ ਬਾਬਾ ਜੀ ਨੇ ਸੰਸਾਰ ਭਰ 'ਚ ਵਿਚਰਦਿਆਂ ਹੋਇਆਂ ਨਿਰੰਕਾਰ ਦੇ ਆਨੰਦ ਨੂੰ ਮਾਣਿਆ ਹੈ। ਰਾਜ ਜੋਗ ਮਾਣਿਓ
ਬਸਿਓ ਨਿਰਵੈਰ ਰਿਦੰਤਰ। ਬਸਿਓ ਕਹੀਏ ਬਸ ਰਿਹਾ ਹੈ, ਨਿਰਵੈਰ ਬੈਰ ਦੁਸ਼ਮਣੀ ਰਹਿਤ, ਦਵੈਸ ਰਹਿਤ, ਰਦੰਤਰ ਅੰਤਰ ਕਰਨ ਵਿੱਚ, ਮਨ ਚ ਦਿਲ ਵਿੱਚ। ਅਤੇ ਕੱਲ ਸਮੇਂ ਕਵੀ ਅਤੇ ਸ਼ਰਧਾ ਅਤੇ ਅਪਰਾਧ ਸੰਯੁਕਤ ਕਹਿ ਰਿਹਾ ਹੈ, ਇਹ ਸਾਡੇ ਭੱਟਾਂ ਵਰਗੇ ਭੁੱਲੇ ਭਟਕਿਆਂ ਨੂੰ ਮਾਰਗ ਦਿਖਾਉਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਜੀ ਨੇ ਹੀ ਐਸੇ ਕਾਲ ਦੇ ਸਮੇਂ ਭਗਤੀ ਯੋਗ ਗਿਆਨ ਯੋਗ ਅਤੇ ਰਸ ਨੂੰ ਮਾਣਿਆ ਹੈ। ਆਪ ਜੀ ਦੇ ਹਿਰਦੇ ਵਿੱਚ ਤਾਂ ਹਮੇਸ਼ਾ ਹੀ ਨਿਰਵੈਰਤਾ ਵਾਲਾ ਸੁਭਾਅ ਵਸਦਾ ਹੈ। ਕੁਰਾਹੀਆ ਕਹਿਣ ਵਾਲਾ ਤੇ ਗਿਲਾ ਸ਼ਿਕਵਾ ਨਹੀਂ ਕੀਤਾ। ਜੋ ਗੁਰੂ ਨਾਨਕ ਦੇਵ ਜੀ ਨੂੰ ਕੁਰਾਹੀਆ ਕਿਹਾ ਨਾ, ਉਸ ਵੇਲੇ ਕੋਈ ਗਿਲਾ ਸਿਫਤਾ ਨਹੀਂ ਕੀਤਾ, ਕੋਈ ਗੁੱਸਾ ਨਹੀਂ ਕੀਤਾ। ਠੱਗਾਂ ਨੂੰ ਸੱਜਣ ਬਣਾ ਕੇ ਸੁੱਧ ਕੀਤਾ, ਭਲੇ ਮਾਰਗ ਤੋਰਿਆ ਅਤੇ ਕੌਡੇ ਰਾਖਸ਼ ਵਰਗਿਆਂ ਦਾ ਉਧਾਰ ਕੀਤਾ। ਸ੍ਰੇਸ਼ਟ ਸਗਲ ਉਦਰੀ ਨਾਮ ਲੈ ਤਰਿਓ ਨਿਰੰਤਰ। ਸ੍ਰੇਸ਼ਟ ਕਹੀਏ ਲੁਕਾਈ ਲੋਕ, ਸਗਲ ਸਮੂਹ ਸਾਰੀ, ਉਦਰੀ ਉਧਾਰ ਕਰਨਾ, ਪਾਰ ਉਤਾਰਾ ਕਰਨਾ, ਭਲਾ ਕਰਨਾ। ਨਾਮ ਲੈ ਨਾਮ ਜਪ ਕੇ ਤਰਿਓ ਤਰ ਗਏ, ਨਿਰੰਤਰ ਇੱਕ ਰਸ। ਕਵੀ ਕੱਲ ਕਹਿ ਰਿਹਾ ਹੈ ਕਿ ਗੁਰੂ ਨਾਨਕ ਦੇਵ ਜੀਓ, ਤੁਸੀਂ ਹੁਣ ਤਾਈਂ ਸਾਰੀ ਲੁਕਾਈ ਆਪ ਜੀ ਦਾ ਨਾਮ ਲੈ ਕੇ ਤਰੀ ਹੈ। ਹੁਣ ਵੀ ਜਿਨ੍ਹਾਂ ਨੇ ਇੱਕ ਰਸ ਆਪ ਜੀ ਦਾ ਨਾਮ ਲਿਆ, ਉਹ ਸੰਸਾਰ ਸਮੁੰਦਰ ਤੋਂ ਤਰ ਗਏ ਹਨ। ਗੁਣ ਗਾਵਹਿ ਸਨਕਾਦ ਆਦ, ਜਨਕਾਦ ਜੁਗਹਿ ਲਗ। ਗੁਣ ਗਾਵੇ ਗੁਣ ਗਾਉਂਦੇ ਹਨ ਸਨਕ ਆਦ, ਬ੍ਰਹਮਾ ਦੇ ਚਾਰੇ ਪੁੱਤਰ, ਆਦਿ ਪ੍ਰਾਤਨ ਜਨਕਾਦ, ਰਾਜਾ ਜਨਕ ਅਤੇ ਹੋਰ ਰਿਸ਼ੀ ਮੁਨੀ, ਜੁਗਹਿ ਲਗ ਜੁਗਹਿ ਪ੍ਰਯੰਤ ਸਦਾ। ਹੇ ਗੁਰੂ ਨਾਨਕ ਦੇਵ ਜੀਓ, ਸਨਕ ਆਦ ਬ੍ਰਹਮਾ ਦੇ ਚਾਰੇ ਪੁੱਤਰ, ਜਨਕ ਰਾਜ ਅਤੇ ਉਸ ਸਮੇਂ ਦੇ ਸਾਰੇ ਰਿਸ਼ੀ ਮੁਨੀ ਜੁਗਾਂ ਪ੍ਰਯੰਤ ਆਪ ਜੀ ਦੇ ਗੁਣਾਂ ਨੂੰ ਗਾ ਰਹੇ ਹਨ। ਧੰਨ ਧੰਨ ਗੁਰ ਧੰਨ, ਜਨਮ ਸਕਿਆਥ ਭਲੋ ਜਗ। ਸ਼ਿਕਾਇਤ ਕਹੀਏ ਸਫਲਾ, ਭਲੋ ਕਹੀਏ ਭਲਾ ਚੰਗਾ, ਜਗਤ ਸੰਸਾਰ ਵਿੱਚ ਅਤਿਅੰਤ ਹੀ ਭਾਵਨਾ ਸਹਿਤ। ਕੱਲ ਕਵੀ ਕਹਿ ਰਿਹਾ ਹੈ, ਇਹ ਸਤਿਗੁਰੂ ਨਾਨਕ ਦੇਵ ਸਾਹਿਬ ਜੀਓ, ਆਪ ਜੀ ਪਹਿਲਾਂ ਬੀਤ ਚੁੱਕੇ ਸਮੇਂ ਵਿੱਚ ਉਦੋਂ ਵੀ ਧਨਤਾ ਯੋਗ ਸੀ, ਹੁਣ ਵਰਤਮਾਨ ਸਮੇਂ ਵਿੱਚ ਵੀ ਧਨਤਾ ਯੋਗ ਹੋ ਅਤੇ ਅੱਗੇ ਆਉਣ ਵਾਲੇ ਸਮੇਂ ਭਵਿੱਖ ਵਿੱਚ ਵੀ ਧਨਤਾ ਯੋਗ ਹੋਵੋਗੇ। ਆਪ ਵੀ ਧਨ ਹੋ, ਆਪ ਦੇ ਮਾਤਾ ਪਿਤਾ ਵੀ ਧਨ ਹਨ। ਸੰਸਾਰ ਵਿੱਚ ਆਪ ਜੀ ਦਾ ਆਉਣਾ ਭਲੀ ਪ੍ਰਕਾਰ ਸਫਲ ਹੈ ਜੀ। ਪਾਰਬ੍ਰਹਮ ਸਤਿਗੁਰੂ ਨਾਨਕ ਦੇਵ ਜੀ ਸਾਹਿਬ ਜੀ ਮਹਾਰਾਜ ਜਗਤ ਗੁਰੂ ਬਾਬਾ ਨੂੰ ਕੱਲ ਭੱਟ ਬਹੁਤ ਹੀ ਵੱਡੀ ਭਾਵਨਾ ਸਹਿਤ ਵਾਰੋ-ਵਾਰ ਧੰਨ ਕਹਿੰਦਾ, ਆਪ ਵਡਿਆਈ ਕਰਦਾ ਥੱਕਦਾ ਨਹੀਂ, ਸਗੋਂ ਨਾਮ ਦੇ ਸੰਗੀ ਕਵੀਆਂ ਨੂੰ ਵੀ ਸੰਸਾਰ ਭਰ ਦੇ ਲੋਕਾਂ ਨੂੰ ਪ੍ਰੇਰਿਤ ਕਰਦਾ ਹੈ। ਆਤਮ ਗਿਆਨੀ ਕਵੀ ਕੱਲ ਜੀ ਨੂੰ ਇਹ ਗਿਆਨ ਹੈ ਕਿ ਅਕਾਲ ਜੋਤ ਗੁਰੂ ਬਾਬਾ ਜੀ ਦੀ ਉੱਤਮ ਸੋਭਾ ਕਰਨੋਂ ਕਰਕੇ ਧੰਨ ਕਹਿਣ ਵਾਲੇ ਅੰਤ ਸਮੇਂ ਜਮ ਆਦਿਕਾਂ ਦਾ ਡਰ ਨਹੀਂ ਸਤਾਵੇਗਾ। ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਫਰਮਾਨ ਹੈ, ਜਿੰਨੀ ਤੁਧਨੂੰ ਧੰਨ ਕਹਿਆ, ਤਿਨ ਜਮ ਨੇੜ ਨਾ ਆਇਆ। ਪਾਤਾਲਪੁਰੀ ਜੈਕਾਰ ਧੁਨ, ਕਬ ਜਨ ਕੱਲ ਵਖਾਣਿਓ। ਪਾਤਾਲਪੁਰੀ ਕਹੀਏ ਪਾਤਾਲ ਲੋਕ, ਜੈਕਾਰ ਜੈ ਜੈਕਾਰ, ਧੁਨ ਆਵਾਜ਼ ਗੂੰਜ, ਬਖਾਣਿਓ ਕਹਿ ਰਿਹਾ ਹੈ, ਕਹਿੰਦਾ ਵਾ ਆਖਦਾ ਹੈ। ਕੱਲ ਕਵੀ ਦਾਸ ਭਾਵ ਵਿੱਚ ਅਰਜ਼ੋਈ ਕਰਦਾ ਹੋਇਆ ਕਹਿੰਦਾ ਹੈ, ਹੇ ਗੁਰੂ ਨਾਨਕ ਦੇਵ ਜੀ ਮਹਾਰਾਜ, ਪਾਤਾਲ ਲੋਕ ਵਿੱਚ ਵੀ ਆਪ ਜੀ ਦੇ ਜੈਕਾਰਿਆਂ ਦੀ ਧੁਨ ਗੂੰਜ ਰਹੀ ਹੈ ਅਤੇ ਆਓ ਆਪਾਂ ਵੀ ਗੁਰੂ ਬਾਬਾ ਨਾਨਕ ਦੇਵ ਜੀ ਦੀ ਜੈਕਾਰਾ ਜਲਾਈਏ ਅਤੇ ਗੁਰੂ ਬਾਬਾ ਜੀ ਤੋਂ ਖੁਸ਼ੀਆਂ ਪ੍ਰਾਪਤ ਕਰੀਏ। ਗੱਜ ਕੇ ਜੈਕਾਰਾ ਗੱਲ ਆਵੇ, ਗੁਰੂ ਨਾਨਕ ਦੇਵ ਜੀ ਦੇ ਮਨ ਨੂੰ ਭਾਵੇ ਨਿਹਾਲ ਹੋ ਜਾਵੇ। ਸਤਿ ਸ੍ਰੀ ਅਕਾਲ। ਹਰ ਨਾਮ ਰਸਕ ਨਾਨਕ ਗੁਰ, ਰਾਜ ਜੋਗ ਤੈ ਮਾਣਿਓ। ਰਸਕ ਕਹੀਏ ਰਸੀਆ, ਨਾਨਕ ਗੁਰ ਹੇ ਗੁਰੂ ਨਾਨਕ ਦੇਵ ਜੀ, ਤੇ ਤੂੰ ਹੀ ਹੇ ਨਾਮ ਦੇ ਰਸੀਏ ਧੰਨ ਗੁਰੂ ਨਾਨਕ ਦੇਵ ਸਾਹਿਬ ਜੀਓ। ਸੰਸਾਰ ਭਰ ਵਿੱਚ ਕੇਵਲ ਤੇ ਕੇਵਲ ਆਪ ਜੀ ਨੇ ਹੀ ਭਗਤੀ ਯੋਗ ਦੇ ਆਨੰਦ ਨੂੰ ਮਾਣਿਆ ਹੈ। ਭੱਟ ਜੀ ਦਾ ਸ਼ਰਧਾ ਹੱਦ ਬੰਨਾ ਕੋਈ ਪਾਰ ਹੋ ਗਿਆ ਹੈ।
ਗਿਆਨ ਦਾ ਤਾਰ ਹੀ ਖੁੱਲ ਗਿਆ ਹੈ, ਹਿਰਦਾ ਉਛਲ ਰਿਹਾ ਹੈ, ਠਾਠਾਂ ਮਾਰ ਰਿਹਾ ਹੈ। ਆਤਮ ਗਿਆਨ ਦੁਆਰਾ ਗੁਰੂ ਨਾਨਕ ਦੇਵ ਜੀ ਉਹਨਾਂ ਨੂੰ ਕਿੱਥੇ ਕਿੱਥੇ ਤੱਕ ਕਹਿ ਰਿਹਾ ਹੈ, ਚਾਰੇ ਯੁੱਗਾਂ ਵਿੱਚ ਹੀ ਦਰਸ਼ਨ ਕਰ ਰਿਹਾ ਹੈ। ਹੇ ਜਗਤ ਗੁਰੂ ਬਾਬਾ, ਤੂੰ ਸਤਿਗੁਰ ਵਿੱਚ ਵੀ ਸੈਂ, ਤ੍ਰੇਤੇ ਵਿੱਚ ਵੀ ਸੈਂ, ਦੁਆਪਰ ਵਿੱਚ ਵੀ ਸੈਂ, ਅਤੇ ਹੁਣ ਕਲਯੁਗ ਵਿੱਚ ਵੀ ਪ੍ਰਤੱਖ ਦੀਦਾਰ ਬਖਸ਼ਿਆ ਹੋਇਆ ਸ੍ਰਿਸ਼ਟੀ ਨੂੰ ਉਤਾਰ ਰਿਹਾ ਹੈ। ਸਤ ਜੁਗ ਤੈ ਮਾਣਿਓ, ਛਲਿਓ ਬਲ ਬਾਵਨ ਭਾਇਓ। ਸਤਿਗੁਰੂ ਜਿਹਾ ਸਮਾਂ ਜਿਸ ਵਿੱਚ ਸੱਚ ਦੀ ਪ੍ਰਧਾਨਤਾ ਹੋਵੇ, ਤੈਂ ਤੂੰ ਬਲ ਰਾਜਾ ਭਗਤ ਪ੍ਰਹਿਲਾਦ ਦਾ ਪੁੱਤਰਾ, ਵਿਚੋਰ ਆਪਣਾ ਬਰੋਚਨ ਦਾ ਪੁੱਤਰ, ਇਸ ਨੇ ਸਵਰਗ ਦੇ ਰਾਜੇ ਇੰਦਰ ਨੂੰ ਜਿੱਤ ਕੇ 3 ਲੋਕਾਂ ਤੇ ਰਾਜ ਕੀਤਾ। 52 ਦੇਵਤਿਆਂ ਦੇ ਪ੍ਰਕਾਰ ਕਰਨ ਤੇ ਵਿਸ਼ਨੂੰ ਜੀ ਨੇ 52 ਅਵਤਾਰ ਧਾਰਿਆ ਸਤਿਯੁਗ ਵਿੱਚ। ਇਹ ਸਤਿਗੁਰੂ ਨਾਨਕ ਦੇਵ ਸਾਹਿਬ ਜੀਓ, ਬਾਬਾ ਜੀਓ, ਤੂੰ ਹੀ ਤਾਂ ਸਤਿਯੁਗ ਵਿੱਚ ਆਨੰਦ ਮਾਣਿਆ। ਬਲ ਰਾਜੇ ਨੂੰ ਕੌਤਕ ਕਰਕੇ ਛਲ ਲਿਆ ਸੀ, ਉਦੋਂ ਆਪ ਜੀ ਨੂੰ 52 ਰੂਪ ਹੀ ਭਾਇਆ, ਅੱਛਾ ਲੱਗਿਆ, ਚੰਗਾ ਲੱਗਿਆ, ਅਤੇ 52 ਰੂਪ ਹੋਏ ਕਿ ਬਲ ਛਲ ਆਪ ਛਲਾਇਆ। ਕਰੇ ਢਾਈ ਧਰਤ ਮੰਗ, ਪਿੱਛੇ ਦੇ ਵੱਡ ਪਿੰਡ ਵਧਾਇਆ। ਬਲ ਰਾਜਾ ਘਰ ਆਪਣੇ ਅੰਦਰ ਬੈਠਾ ਰਾਜ ਕਰਾਵੈ, 52 ਰੂਪੀ ਆਇਆ, 4 ਵੇਦ ਮੁਖ ਪਾਠ ਸੁਣਾਵੈ। ਰਾਜੇ ਆਦਰ ਸੱਦਿਆ, ਮੰਗ ਸੁਆਮੀ ਜੇ ਤੁਧ ਭਾਵੈ। ਅਛਲ ਛਲਣ ਤੁਧ ਆਇਆ, ਸ਼ੁਕਰ ਪੁਰੋਹਿਤ ਕਹਿ ਸਮਝਾਵੈ। ਕਰੋ ਢਾਈ ਧਰਤ ਮੰਗ, ਪਿੱਛੋਂ ਦੇ ਤ੍ਰਿਹੁ ਲੋਕ ਨਾ ਪਾਵੈ ਮਾਵੈ। ਦੋਏ ਭਰਵਾਂ ਕਰ 3 ਲੋਕ, ਬਲ ਰਾਜਾ ਲੈ ਮਗਰ ਮਿਟਾਵੈ। ਬਲ ਆਪ ਲਸਲਾਇਨ, ਹੋਏ ਦਿਆਲ ਮੇਲੇ ਗਲ ਲਾਵੈ। ਦਿੱਤਾ ਰਾਜ ਪਤਾਲ ਦਾ, ਹੋਏ ਅਧੀਨ ਭਗਤ ਜਸ ਗਾਵੈ। ਹੋਏ ਦਰਬਾਨ ਮਹਾ ਸੁਖ ਪਾਵੈ। ਭਾਈ ਗੁਰਦਾਸ ਜੀ ਆਪ ਅਵਤਾਰ ਕਥਨ ਅਤੇ ਗਾਉਂਦੇ ਸੁਣਾਉਂਦੇ ਭਗਉਤੀ ਕਹਿੰਦੇ ਹਨ। ਸ੍ਰੀ ਭਗਉਤੀ ਜੀ ਸਹਾਏ, ਕਰੇ ਲਾਗ ਜਗ ਪੁਨਰ ਦੈਤ ਦਾਨਨ। ਸਰਵ ਰਾਜ ਕੀ ਦੇਹ ਬਚਿਓ ਗੁਮਾਨਨ। ਦਿਓ ਆਦਿਮ ਕਾਲ ਪੁਰਖ ਅਪਾਰਨ। ਧਰੋ 52 ਬਿਸਨ ਅਸਤਮ ਬਤਾਰਨ। ਸਰੂਪ ਛੋਟ ਧਾਰ ਕੈ, ਚਲਿਓ ਤਹਾ ਵਿਚਾਰ ਕੈ। ਸਭਾ ਨਰੇਸ਼ ਜਾਣਿਓ, ਤਹੀ ਸੋ ਪਾਵ ਠਾਨਿਓ। ਤ੍ਰੇਤਾ ਤੈ ਮਾਣਿਓ, ਰਾਮ ਰਗਵੰਸ ਕਹਾਇਓ। ਤ੍ਰੇਤਾ ਕਹੀਏ, ਤ੍ਰੇਤੇ ਯੁੱਗ ਵਿੱਚ ਲੋਕ ਸੱਚ ਤਾਂ ਬੋਲਦੇ, ਪਰ ਕਈ ਆਪਦੇ ਹਿੱਤ ਦੇ ਨਿਯਮਾਂ ਅਨੁਸਾਰ ਹੀ ਕਰਦੇ ਸਨ। ਰਘੁਵੰਸ਼ ਰਾਜਾ ਰਘੂ ਦੀ ਵੰਸ਼ ਵਾਲਾ ਸ੍ਰੀ ਰਾਮਚੰਦਰ ਜੀ, ਮਰਜ਼ਾਦਾ ਪੁਰਸ਼ੋਤਮ ਅਵਤਾਰ। ਹੇ ਗੁਰੂ ਨਾਨਕ ਸਾਹਿਬ ਮਹਾਰਾਜ ਜੀਓ, ਤ੍ਰੇਤੇ ਯੁੱਗ ਵਿੱਚ ਵੀ ਤੂੰ ਹੀ ਆਨੰਦ ਭਗਤੀ ਨੂੰ ਮਾਣਿਆ ਸੀ। ਉਦੋਂ ਤੂੰ ਆਪਣੇ ਆਪ ਨੂੰ ਰਘੁਵੰਸ਼ ਦਾ ਮੁਕਟ ਮਾਣ ਸ੍ਰੀ ਰਾਮ ਜੀ ਅਖਵਾਇਆ ਸੀ ਰਾਵਣ ਦੇ ਘਰ ਲਈ। ਇੱਕ ਓੰਕਾਰ ਅਥ 20ਵਾਂ ਰਾਮ ਅਵਤਾਰ ਕਥਨ। ਅਬ ਮੈਂ ਕਹੋ ਰਾਮ ਅਵਤਾਰਾ, ਜੈਸ ਜਗਤ ਮੋਹ ਕਰਾ ਪਸਾਰਾ। ਅਵਤਾਰ ਧਰੋ ਰਖ ਬਸ ਹਰਨ, ਚਿਰ ਰਾਜ ਕਰੋ ਸੁਖ ਸੇ ਅਵਧਨ। ਹੋਇ ਹੈ ਸਨਾਮ ਰਾਮ ਅਵਤਾਰ, ਕਰ ਹੈ ਸਕਲ ਜਗ ਕੇ ਉਧਾਰ। ਮਾਸ ਤ੍ਰਿਉ 10ਵਾਂ ਚੜਿਓ, ਤਵ ਸੰਨ ਤਰ ਸੰਤਨ ਹੇਤ ਉਧਾਰ। ਰਾਨਾਰ ਪ੍ਰਗਟ ਭਏ, ਜਗ ਆਨ ਰਾਮ ਅਵਤਾਰ। ਦੁਆਪਰ ਕ੍ਰਿਸ਼ਨ ਮੁਰਾਰ, ਕੰਸ ਕਿਰਤਾਰਥ ਕੀਓ। ਉਗਰ ਸੈਣ ਕਉ ਰਾਜ, ਅਭੈ ਭਗਤਹ ਜਨ ਦਿਓ। ਹੁਸ਼ਿਆਰ ਕਹੀਏ, ਦੁਆਪਰ ਕਹੀਏ, ਦੁਆਪਰ ਯੁੱਗ ਵਿੱਚ ਲੋਕੀ ਨੇਕੀ ਅੱਧੀ ਰਹਿ ਗਈ। ਲੋਕ ਝੂਠ ਵੀ ਬੋਲਣ ਲੱਗ ਪਏ। ਕ੍ਰਿਸ਼ਨ ਪਿਤਾ ਵਾਸਦੇਵ ਅਤੇ ਮਾਤਾ ਦੇਵਕੀ ਦਾ ਪਰੰਤੂ ਲੀਲਾ ਪੁਰਸ਼ੋਤਮ ਅਵਤਾਰ। ਮੁਰਾਰ ਕਹੀਏ, ਮੁਰਦੈਤ ਦਾ ਵੈਰੀ। ਕੰਸ ਰਾਜਾ ਉਗਰਸੈਨ ਦੀ ਪਤਨੀ ਦੇ ਪੇਟੋਂ ਦੁਰਮਲ ਦੈਤ ਦੇ ਨੁਕਸੇ ਤੇ ਪੈਦਾ ਹੋਇਆ। ਇੱਕ ਮਥੁਰਾ ਦਾ ਰਾਜਾ। ਕਿਰਤਾਰਥ ਕਹੀਏ, ਮੁਕਤ। ਉਗਰਸੈਨ ਦੇਵਤੀ ਅਤੇ ਕੰਸ ਦਾ ਪਿਤਾ ਸੀ। ਕ੍ਰਿਸ਼ਨ ਦਾ ਨਾਂ ਨਾਨਾ ਸੀ ਅਤੇ ਭੈ ਬਿਨਾਂ ਡਰ ਤੋਂ। ਇਹ ਜਗਤ ਗੁਰੂ ਨਾਨਕ ਬਾਬਾ ਜੀ, ਉਹ ਦੁਆਪਰ ਯੁੱਗ ਵਿੱਚ ਵੀ
ਤੂੰ ਹੀ ਸ੍ਰੀ ਕ੍ਰਿਸ਼ਨ ਮੁਰਾਰੀ ਅਖਵਾਇਆ ਸੀ ਅਤੇ ਕੰਸ ਨੂੰ ਮਾਰ ਕੇ ਮੁਕਤ ਕੀਤਾ ਸੀ ਅਤੇ ਕੰਸ ਪਾਪੀ ਨੂੰ ਮਾਰ ਕੇ ਉਗਰਸੈਨ ਨੂੰ ਮਥੁਰਾ ਦੇ ਰਾਜ ਸਿੰਘਾਸਨ ਤੇ ਬਿਠਾਇਆ ਸੀ ਅਤੇ ਆਪ ਜੀ ਨੇ ਹੀ ਪਿਆਰੇ ਭਗਤਾਂ ਨੂੰ ਨਿਰਭੈ ਪਦਵੀ ਬਖਸ਼ਿਸ਼ ਕੀਤੀ ਸੀ। ਚੌਪਈ ਅਬ ਵਰਨੋ ਕ੍ਰਿਸ਼ਨਾ ਅਵਤਾਰ ਜੈਸ ਭਾਂਤ ਜਪ ਧਰੋ ਮੁਰਾਰ ਦੋਹਰਾ ਕਾਲ ਪੁਰਖ ਕੇ ਬਚਨ ਤੇ ਸੰਤਨ ਹੇਤ ਸਹਾਏ ਮਥੁਰਾ ਮੰਡਲ ਕੇ ਵਿਖੈ ਜਨਮ ਧਰੈ ਹਰ ਰਾਏ। ਚੌਪਈ ਜੇ ਜੇ ਕ੍ਰਿਸ਼ਨ ਚਰਿਤਰ ਦਿਖਾਏ ਦਸਵੇਂ ਬੀਚ ਸਭ ਭਖ ਸੁਣਾਏ 11 ਸਹਸ 92 ਛੰਦਾ ਕਹੈ ਦਸਮ ਪੁਰ ਬੈਠ ਅਨੰਦਾ। ਕਲ ਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ। ਕਲ ਯੁਗ ਇਸ ਯੁਗ ਵਿੱਚ ਭਲਾਈ ਚੌਥਾ ਹਿੱਸਾ ਹੀ ਰਹਿ ਗਈ। ਮੁਸ਼ਕਿਲਾਂ ਰੋਗ ਕ੍ਰੋਧ ਸਰਾਪ ਨੇ ਆਣ ਲੋਕਾਂ ਨੂੰ ਗਾਲ ਹੀ ਛੱਡਿਆ। ਪ੍ਰਮਾਣ ਸਦਰਸ ਨਾਨਕ ਗੁਰੂ ਪਰਮ ਸਰੂਪ ਸਿੱਖ ਧਰਮ ਦੀ ਪਹਿਲੇ ਗੁਰੂ ਅਤੇ ਮਾਤਾ ਤ੍ਰਿਪਤਾ ਜੀ ਅਤੇ ਪਿਤਾ ਬਾਲਾ ਕਾਲੂ ਜੀ ਕਲਿਆਣ ਚੰਦ ਜੀ ਜਿਹਨੂੰ ਕਹਿੰਦੇ ਸੀ ਅੰਗਦ ਗੁਰੂ ਨਾਨਕ ਦੇਵ ਜੀ ਦੇ ਜੋਤ ਸਿੱਖ ਧਰਮ ਦੇ 10ਵੇਂ ਗੁਰੂ ਮਾਤਾ ਸੁਭਰਾਈ ਜੀ ਅਤੇ ਪਿਤਾ ਬਾਬਾ ਫੇਰੂਮਲ ਜੀ ਅਮਰ ਗੁਰੂ ਨਾਨਕ ਦੇਵ ਜੀ ਦੀ ਜੋਤ ਸਿੱਖ ਧਰਮ ਦੇ ਤੀਸਰੇ ਗੁਰੂ ਮਾਤਾ ਲక్ష్ਮੀ ਜੀ ਅਤੇ ਮਾਤਾ ਬਾਬਾ ਤੇਜਭਾਨ ਜੀ ਕਹਾਇਓ ਕਹਿੰਦੇ ਅਖਵਾਇਆ ਹੈ। हे ਗੁਰੂ ਨਾਨਕ ਪਾਤਸ਼ਾਹ ਜੀਓ ਆਪ ਜੀ ਨੇ ਪਿਛਲੇ ਯੁੱਗਾਂ ਸਤਿਯੁਗ ਦੁਆਪਰ ਤ੍ਰੇਤਾ ਇਹਨਾਂ ਵਾਂਗੂ ਹੀ ਇਸ ਕਲਯੁਗ ਵਿੱਚ ਵੀ ਸੜਦੀ ਬਲਦੀ ਲੁਕਾਈ ਦੇ ਭਲੇ ਹਿੱਤ ਆਪ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਅਤੇ ਸ੍ਰੀ ਗੁਰੂ ਅਮਰਦਾਸ ਜੀ ਰੂਪ ਅਖਵਾਇਆ ਹੈ। ਸ੍ਰੀ ਗੁਰੂ ਰਾਜ ਅਵਚਲ ਅਟਲ ਆਦ ਪੁਰਖ ਫਰਮਾਇਓ। ਸ੍ਰੀ ਗੁਰੂ ਸ਼੍ਰੋਮਣੀ ਬਸ ਉਹਨਾਂ ਤੋਂ ਵੱਡੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਰਾਜ ਗੁਰਤਾ ਗੱਦੀ ਦਾ ਰਾਜ ਤਖਤ ਅਵਚਲ ਇਹ ਚਲਾਇਮਾਨ ਨਾ ਹੋਵੇ ਜੋ ਚਲਾਇਮਾਨ ਨਾ ਹੋਵੇ ਸਥਿਤ ਅਟਲ ਪੱਕਾ ਆਦਿ ਪੁਰਖ ਪਾਰ ਬ੍ਰਹਮ ਪਰਮੇਸ਼ਰ। ਭੱਟ ਕੱਲ ਜੀ ਕਹਿ ਰਿਹਾ ਹੈ ਇਹ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀਓ ਆਪ ਜੀ ਦੀ ਗੁਰਤਾ ਗੱਦੀ ਦਾ ਰਾਜ ਸਦਾ ਹੀ ਸਥਿਰ ਅਚਲ ਪੱਕਾ ਰਹਿਣ ਵਾਲਾ ਅਕਾਲ ਪੁਰਖ ਪਰਮਾਤਮਾ ਨੇ ਫਰਮਾਇਆ ਹੈ ਬਚਨ ਕੀਤਾ ਹੈ ਜਨ ਸਾਖੀ ਹੈ ਨਾਨਕ ਤੇਰਾ ਨਾਮ ਗੁਰ ਪਰਮੇਸ਼ਰ ਮੇਰਾ ਨਾਮ ਪਾਰ ਬ੍ਰਹਮ ਪਰਮੇਸ਼ਰ ਹੈ। ਗੁਣ ਗਾਵੇ ਰਵਿਦਾਸ ਭਗਤ ਜੈ ਦੇਵ ਤ੍ਰਿਲੋਚਨ। ਗੁਣ ਗਾਵੇ ਗੁਣ ਗਾਉਂਦੇ ਹਨ ਰਵਿਦਾਸ ਭਗਤ ਰਵਿਦਾਸ ਜੀ ਦੀ ਮਾਤਾ ਦਾ ਨਾਮ ਧੁਰਬਿੰਨੀਆਂ ਅਤੇ ਪਿਤਾ ਦਾ ਨਾਮ ਰਾਮੂ ਜੀ ਸੀ। ਕਾਂਸੀ ਬਨਾਰਸ ਨਿਵਾਸੀ ਜੈਦੇਵ ਭਗਤ ਜੈਦੇਵ ਜੀ ਪਿਤਾ ਦਾ ਨਾਮ ਭੌਜ ਦੇਵ ਤੇ ਮਾਤਾ ਦਾ ਨਾਮ ਬਾਮ ਬੇਮੀ ਦੇਵੀ ਪਿੰਡ ਕਟਰੀ ਜ਼ਿਲ੍ਹਾ ਭੀਰਭੂਮ ਬੰਗਾਲ। ਤ੍ਰਿਲੋਚਨ ਭਗਤ ਤ੍ਰਿਲੋਚਨ ਜੀ ਭਗਤ ਨਾਮਦੇਵ ਜੀ ਦੇ ਸੰਗੀ ਹੋਏ ਗੁਰੂ ਭਾਈ। हे ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਓ ਭਗਤ ਰਵਿਦਾਸ ਜੀ ਭਗਤ ਜੈਦੇਵ ਜੀ ਭਗਤ ਤ੍ਰਿਲੋਚਨ ਜੀ ਇਹ ਸਾਰੇ ਹੀ ਆਪ ਜੀ ਦੇ ਗੁਣਾਂ ਨੂੰ ਗਾਇਨ ਕਰ ਰਹੇ ਹਨ। ਨਾਮਾ ਭਗਤ ਕਬੀਰ ਸਦਾ ਗਾਵਹਿ ਸਾਮਲੋਚਨ। ਨਾਮਾ ਭਗਤ ਨਾਮਦੇਵ ਜੀ ਪਿਤਾ ਦਾਮ ਸੇਠੀ ਮਾਤਾ ਗੋਨਾ ਭਾਈ ਮਹਾਰਾਸ਼ਟਰ ਸਟੇਟ ਵਿੱਚ ਨਰਮੀ ਬ੍ਰਾਹਮਣੀ ਦੇ ਨਿਵਾਸੀ। ਕਬੀਰ ਬਨਾਰਸ ਨਿਵਾਸੀ ਗੁਸਾਈ ਰਾਮਾਨੰਦ ਜੀ ਦਾ ਚੇਲਾ। ਅੰਨਨ ਭਗਤ ਮਾਤਾ ਦਾ ਨਾਮ ਨੀਮਾ ਅਤੇ ਪਿਤਾ ਨੀਰੂ ਜੀ ਕਾਂਸੀ ਬਨਾਰਸ ਨਿਵਾਸੀ। ਸਮਲੋਚਨ ਕਹੀਏ ਸਮਦ੍ਰਿਸ਼ਟੀ ਸੁਭਾਅ ਵਾਲੇ। हे ਪ੍ਰਭੂ ਜੋਤ ਗੁਰੂ ਪਰਮੇਸ਼ਰ ਸਤਿਗੁਰੂ ਨਾਨਕ ਦੇਵ ਸਾਹਿਬ ਜੀਓ ਸਮਦ੍ਰਿਸ਼ਟੀ ਸੁਭਾਅ ਵਾਲੇ ਭਗਤ ਨਾਮਦੇਵ ਜੀ ਭਗਤ ਕਬੀਰ ਜੀ ਅਤੇ ਹੋਰ ਸਾਰੇ ਭਗਤ ਆਪ ਜੀ ਦੀ ਮਹਿਮਾ ਨੂੰ ਗਾ ਰਹੇ ਹਨ। ਭਗਤ ਬੇਣ ਗੁਣ ਰਵੈ ਸਹਜ ਆਤਮ ਰੰਗ ਮਾਣੈ। ਜੋਗ ਧਿਆਨ ਗੁਰ ਗਿਆਨ ਬਿਨਾ ਪ੍ਰਭ ਅਵਰ ਨਾ ਜਾਣੈ। ਗਿਆਨ ਤੇ ਲੱਗਣਾ ਵਿਸਰਾਮ ਬਿਨਾ ਪ੍ਰਭ ਅਵਰ ਨਾ ਜਾਣੈ। ਭਗਤ ਬੇਣ ਭਗਤ ਬੇਣੀ ਜੀ ਪੂਰਾ ਨਾਮ ਬ੍ਰਹਮ ਭਾਟ ਬੇਣੀ ਜੀ ਸੀ। 1730 ਬਿਕਰਮੀ ਨੂੰ
ਅਵਨੀ ਨਗਰ ਵਿੱਚ ਪੈਦਾ ਹੋਏ। ਆਦਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਪ ਦੇ 3 ਸ਼ਬਦ ਹਨ। ਰਵੈ ਕਹੀਏ ਉਚਾਰਨ ਕਰਦਾ ਹੈ, ਸਹਿਜ ਗਿਆਨ, ਆਤਮ ਰੰਗ, ਪ੍ਰਭੂ ਮਿਲਾਪ ਦਾ ਰਸ ਸੁਭਾਅ, ਜੋਗ ਸੁਭਾ ਆਦਿਕ ਸਾਧਨ, ਧਿਆਨ ਬ੍ਰਿਤੀ ਦਾ ਲੈਵਲੀਨ ਕਰਨਾ, ਗੁਰ ਗਿਆਨ, ਗੁਰਾਂ ਦੁਆਰਾ ਪ੍ਰਭੂ ਦਾ ਗਿਆਨ ਹੋਣਾ। ਭਗਤ ਬੇਣੀ ਵੀ ਆਪ ਜੀ ਦੇ ਗੁਣ ਉਚਾਰਨ ਕਰਦਾ ਹੈ ਅਤੇ ਸਹਿਜ ਅਵਸਥਾ ਆਤਮ ਗਿਆਨ ਸਹਿਤ ਪ੍ਰਭੂ ਮਿਲਾਪ ਦਾ ਆਨੰਦ ਮਾਣ ਰਿਹਾ ਹੈ। ਜੇ ਭਗਤ ਬੇਣੀ ਜੀ ਗੁਰੂ ਦੁਆਰਾ ਹੋਏ ਪਰਮੇਸ਼ਰ ਦੇ ਗਿਆਨ ਧਿਆਨ ਤੋਂ ਵੈਗਾਰ ਅਤੇ ਬਗੈਰ ਹੋਰ ਯੋਗ ਆਦਿਕ ਸਾਧਨਾ ਨਹੀਂ ਜਾਣਦਾ। ਪ੍ਰਮਾਣ ਭਾਈ ਗੁਰਦਾਸ ਜੀ ਆਪ ਜੀ ਬਾਰੇ ਇਸ ਪ੍ਰਕਾਰ ਲਿਖਦੇ ਹਨ, ਗੁਰਮੁਖ ਬੇਣੀ ਭਗਤ ਕਰ ਜਾਏ ਬਿਕਾਂਤ ਰਹਿ ਲਿਵ ਲਾਵੈ, ਜਾਏ ਇਕਾਂਤ ਰਹਿ ਲਿਵ ਲਾਵੈ, ਕਰਮ ਕਰੇ ਅਧਿਆਤਮੀ ਹੋਰ ਕਿਸੈ ਨ ਆਲਮੁਗ ਲਿਖਾਵੈ, ਘਰ ਆਇਆ ਜਾਂ ਪੁੱਛੀਐ ਰਾਜ ਦੁਆਰ ਰਾਇਆ ਆਲਾਵੈ, ਘਰ ਸਭ ਬੱਥੂ ਮੰਗੀਆਂ ਬਾਲਸ਼ਾਲ ਕਰਕੇ ਝੱਬ ਲੰਘਾਵੈ, ਵੱਡਾ ਸਾਂਗ ਵਰਤਦਾ ਉਹ ਇੱਕ ਮਨ ਪਰਮੇਸ਼ਰ ਧਿਆਵੈ, ਪੈਜ ਸਵਾਰੈ ਭਗਤ ਦੀ ਰਾਜਾ ਹੋਏ ਕੈ ਘਰ ਚੱਲ ਆਵੈ, ਦੇ ਦਲਾਸਾ ਤੁਸ ਕੈ ਅਣਗਣਤੀ ਖਰਚੀ ਪਹੁੰਚਾਵੈ, ਉਹ ਆਇਆ ਭਗਤ ਪਾਸ ਹੋਏ ਦਿਆਲ ਹੇਤ ਉਪਜਾਵੈ, ਭਗਤ ਜਨਾ ਜੈਕਾਰ ਕਰਾਵੈ। ਸੁਖ ਦੇਓ ਪ੍ਰੀਖਿਅਤ ਗੁਣ ਰਵੈ, ਗੋਤਮ ਰੇਖ ਜਸ ਗਾਇਓ। ਸੁਖਦੇਵ ਮੁਨੀ ਵਿਆਸ ਰਿਸ਼ੀ ਦਾ ਪੁੱਤਰ, ਕਰਤਾਚੀ ਨਾਮੇ ਪਛਰਾ ਦੀ ਕੁੱਖੋਂ ਜਨਮਿਆ। ਜਨਮ ਤੋਂ ਹੀ ਗਿਆਨਵਾਨ ਸੀ। ਰਾਜਾ ਜਨਮ ਦਾ ਚੇਲਾ, ਜਨਕ ਦਾ ਚੇਲਾ ਭਾਰੀ ਤਪੀਆ ਹੋਇਆ। ਰਾਜਾ ਪ੍ਰੀਖਿਤ ਨੂੰ ਸੁਖਦੇਵ ਮੁਨੀ ਨੇ ਹੀ ਭਾਗਵਤ ਪੁਰਾਣ ਸੁਣਾਇਆ ਸੀ। ਪ੍ਰੀਖਿਤ ਅਰਜਨ ਪਾਂਡਵ ਦਾ ਪੋਤਾ, ਅਭਿਮਨੂ ਦਾ ਪੁੱਤਰ। ਯੁਧਿਸ਼ਠਿਰ ਤੋਂ ਬਾਅਦ ਇਸੇ ਨੂੰ ਹੀ ਹਸਨਾਪੁਰ ਦਾ ਰਾਜ ਭਾਗ ਮਿਲਿਆ ਸੀ। ਕਲਯੁਗ ਦੀ ਆਰੰਭਤਾ ਇਸ ਦੇ ਰਾਜ ਸਮੇਂ ਹੋਈ ਸੀ। ਅੰਤ ਨੂੰ ਭੱਛਕ ਨਾਗ ਸੱਪ ਲੜਨ ਕਰਕੇ ਮੌਤ ਹੋਈ ਸੀ। ਰਵੈ ਕਹਿੰਦੇ ਸਿਮਰਦਾ ਹੈ। ਗੌਤਮ ਰਿਖੀ ਮਹਾਨ ਤਪਸਵੀ, ਅਹਿਲਿਆ ਦਾ ਪਤੀ, ਅਹਿਲਿਆ ਪਤਨੀ ਦੇ ਪਛਤਾਪ ਬਾ ਬੇਨਤੀ ਕਰਨ ਤੇ ਯੁੱਗ ਦਾ ਹੀ ਪ੍ਰਗਟਾਵਾ ਕਰ ਦਿੱਤਾ ਸੀ। ਦੁਆਪਰ ਦੀ ਸਾਂ ਤ੍ਰੇਤਾ ਯੁੱਗ ਲੈ ਆਦ ਸੀ। हे ਗੁਰੂ ਨਾਨਕ ਜੀਓ, ਸੁਖਦੇਵ ਮੁਨੀ ਅਤੇ ਰਾਜਾ ਪ੍ਰੀਸ਼ਤ ਆਪ ਜੀ ਦੇ ਗੁਣਾਂ ਨੂੰ ਗਾ ਰਹੇ ਹਨ। ਗੌਤਮ ਰਿਖੀ ਵੀ ਆਪ ਜੀ ਦੀ ਮਹਿਮਾ ਜਸ ਗੁਣਾਂ ਨੂੰ ਗਾ ਰਿਹਾ ਹੈ ਅਤੇ ਗੌਤਮ ਰਿਖੀ ਵੀ ਗਾਉਂਦਾ ਹੈ। ਕਬ ਕਲ ਸੋ ਜਸ ਨਾਨਕ ਗੁਰ, ਨਿਤ ਨਵ ਤਨ ਜਗ ਛਾਇਓ। ਕਬ ਕਲ ਨਾਮੇ ਕਵੀ, ਸੋ ਜਸ ਪਵਿੱਤਰ ਜਸ, ਨਿਤ ਨਵ ਤਨ ਦਿਨ ਬਾ ਦਿਨ ਨਿਤ ਨਵਾਂ ਗਾਉਂਦਾ ਹੈ। ਜਗ ਸੰਸਾਰ ਵਿੱਚ ਛਲਿਓ ਫੈਲਿਆ ਹੋਇਆ। ਕੱਲ ਕਵੀ ਆਪਣੇ ਮਨ ਨੂੰ ਸੋਧਨ ਕਰਦਾ ਹੋਇਆ ਕਹਿੰਦਾ ਹੈ, ਅਥਵਾ ਆਪਣੇ ਨਾਲ ਦੇ ਸੰਗੀ ਭੱਟ ਕਵੀਆਂ ਨੂੰ ਵਾ ਸੰਸਾਰ ਭਰ ਦੇ ਲੋਕਾਂ ਨੂੰ ਕਹਿ ਰਿਹਾ ਹੈ ਕਿ ਧੰਨ ਧੰਨ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪਾਵਨ ਜਸ ਸਾਰੀ ਸ੍ਰਿਸ਼ਟੀ ਤੇ ਨਿਤ ਨਿਤ ਨਵੇਂ ਨਵੇਂ ਪ੍ਰਭਾਵ ਪਾ ਰਿਹਾ ਹੈ। ਸਾਹਿਬ ਮੇਰਾ ਨੀਤ ਨਵਾ, ਸਦਾ ਸਦਾ ਦਾਤਾਰ। ਗੁਣ ਗਾਵਹਿ ਪਾਇਆਲ, ਭਗਤ ਨਾਗਾਦ ਭਯੰਗਮ। ਪਾਇਆਲ ਕਹੀਏ, ਪਾਇਆਲ ਭਯੰਗਮ। ਪਾਇਆਲ ਪਤਾਲ ਵਿੱਚ, ਨਾਗਾਦ ਸ਼ੇਸ਼ ਨਾਗ, ਬਾਸ਼ਕ ਨਾਗ, ਤਛਕ ਨਾਗ, ਭਯੰਗਮ 8 ਕੁਲੀ ਸੱਪ ਆਦਿ। ਕੱਲ ਭੱਟ ਆਪਣੇ ਸੰਗੀ ਭੱਟਾਂ ਕਵੀਆਂ ਨੂੰ ਕਹਿ ਰਿਹਾ ਹੈ ਕਿ ਸਾਥੀ ਵੀਰ ਭੱਟੋ, ਪਤਾਲ ਵਿੱਚ ਨਾਗ ਆਦਿ ਹਰ ਪ੍ਰਕਾਰ ਦੇ ਵਾ ਸਾਰੀਆਂ ਕੁਲਾਂ ਦੇ ਸੱਪ ਭਗਤੀ ਭਾਗ ਦੁਆਰਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਵਿੱਤਰ ਜਸ ਗੁਣਾਂ ਨੂੰ ਗਾ ਰਹੇ ਹਨ। ਮਹਾਦੇਵ ਗੁਣ ਰਵੈ, ਸਦਾ ਜੋਗੀ ਜਤ ਜੰਗਮ। ਮਹਾਦੇਵ ਸ਼ਿਵ ਜੀ ਰਵੈ ਗਾ ਰਿਹਾ, ਸਦਾ ਹਮੇਸ਼ਾ ਜਤ ਇੰਦਰੀਆਂ ਦੇ ਕਾਂਸੂ ਅਤੇ ਕਾਬੂ ਕਰਨ ਵਾਲਾ ਮੁਨੀ ਗੁਰਮੁਖ ਜਤੀ 6 ਮੰਨੇ ਹੋਏ ਗਏ ਹਨ ਅਤੇ ਲਛਮਣ
ਗੋਰਖ, ਹਨੂਮਾਨ, ਭੀਸ਼ਮ ਪਤਾਮਾ, ਭੈਰੋਂ, ਦਤਾਰੂ। ਭਾਈ ਗੁਰਦਾਸ ਜੀ ਅਨੁਸਾਰ ਏਕਾ ਨਾਰੀ ਜਤੀ ਹੋਏ, ਪਰ ਨਾਰੀ ਧੀ ਭੈਣ ਵਖਾਣੈ। ਸਿਵ ਜੀ ਖੁਦ ਆਪ ਅਤੇ ਹੋਰ ਸਾਰੇ ਜੋਗੀ ਜਤੀ ਜੰਗਮ ਆਦਿ ਜਿਤਨੇ ਵੀ ਭੇਖ ਹਨ, ਸਰਬੱਤ ਹੀ ਮਿਲ ਕਰ ਸਦਾ ਹੀ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੇ ਗੁਣਾਂ ਨੂੰ ਗਾ ਰਹੇ ਹਨ। ਗੁਣ ਗਾਵੈ ਮਨ ਬਿਆਸ ਗੁਣ ਗਾਵੈ ਮਨ ਬਿਆਸ, ਜਿਨ ਵੇਦ ਵਿਆਕਰਣ ਵਿਚਾਰਿਆ। ਉਚਾਰਨ ਵਿੱਚ ਬਿਆਸ ਕਹੀਏ, ਬਿਆਸ ਵਿਆਕਰਨ ਵਿਚਾਰਿਆ। ਲਘੂ ਆਵਾਜ਼ ਅਤੇ ਆ ਨੂੰ ਲਮਕਾ ਕੇ ਅਤੇ ਕਹਿਣਾ, ਕੁਝ ਕੁ ਆਵਾਜ਼ ਆਵੇਗੀ, ਵਿਚਾਰ ਬੋਲੇ। ਮੁਨੀ, ਮੁਨ ਕਹੀਏ ਮੁਨੀ ਬਿਆਸ ਜੀ। ਬਿਆਸ ਪਰਾਸ਼ਰ ਰਿਖੀ ਅਤੇ ਰਿਖੀ ਦਾ ਪੁੱਤਰ, ਮਾਤਾ ਸੱਤ ਸਮੁੰਦਰੀ ਦੀ ਕੁੱਖੋਂ ਪੈਦਾ ਹੋਇਆ। ਇਸ ਨੇ ਨਿਹੰਗ ਵਿਧੀ ਨਾਲ ਧ੍ਰਿਸ਼ਟਾਸ਼ਟਰ, ਪਾਂਡੂ ਅਤੇ ਬਿਦਰ ਪੈਦਾ ਕੀਤੇ ਵੀ ਲਿਖਿਆ ਮਿਲਦਾ ਹੈ। ਇਹ ਬਹੁਤ ਵੱਡਾ ਕਵੀ ਹੋਇਆ। ਇਸ ਨੇ ਵਿਦਾਂਤ 70 ਰਚ ਕੇ 6ਵਾਂ ਦਰਸ਼ਨ ਕਾਇਮ ਕੀਤਾ। ਜੈਨ ਕਹੀਏ ਜਿਸਨ, ਵੇਦ ਚਾਰੇ ਵੇਦਾਂ ਨੂੰ ਵਿਆਕਰਨ ਦੁਆਰਾ ਵਿਚਾਰਿਆ ਹੈ। ਜਿਸ ਬਿਆਸ ਮੁਨੀ ਨੇ ਚਾਰੇ ਵੇਦਾਂ ਨੂੰ ਵਿਆਕਰਨ ਦੁਆਰਾ ਵਿਚਾਰਨ ਕੀਤਾ, ਉਹ ਵੀ ਧੰਨ ਗੁਰੂ ਨਾਨਕ ਦੇਵ ਜੀ ਦਾ ਗੁਣਾਂ ਨੂੰ ਗਾ ਰਿਹਾ ਹੈ। ਨਾਰਦ ਮੁਨ ਜਾਂ ਸੁਖ ਬਿਆਸ ਜਸ ਗਾਵਤ ਗੋਬਿੰਦ, ਗੁਰੂ ਨਾਨਕ ਦੇਵ ਗੋਬਿੰਦ ਰੂਪ। ਵਿਸੀ ਬਿਆਸ ਮੁਨੀ ਜੀ ਨੂੰ ਵੇਦਾਂ ਦੇ ਵਿਆਕਰਨ ਦੁਆਰਾ ਵਿਚਾਰਨ ਦਾ ਆਪਣੇ ਪਿਤਾ ਪਰਾਸ਼ਰ ਮੁਨੀ ਰਿਸ਼ੀ ਤੋਂ ਵਰ ਪ੍ਰਾਪਤ ਹੋਇਆ ਸੀ। ਬ੍ਰਹਮਾ ਗੁਣ ਉਚਰੈ, ਜਿਨ ਹੁਕਮ ਸਭ ਸ੍ਰਿਸ਼ਟ ਸਵਾਰੀ। ਜੈਨ ਕਹੀਏ ਜਿਸ ਬ੍ਰਹਮਾ ਜਗਤ ਦੀ ਰਚਨਾ ਕਰਨ ਵਾਲਾ ਦੇਵਤਾ, ਤਿੰਨ ਮੁਖੀ ਦੇਵਤਿਆਂ ਵਿੱਚੋਂ ਇੱਕ ਹੁਕਮ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਵਿੱਚ ਸਵਾਰੀ ਰਚਨਾ ਕੀਤੀ ਹੈ। ਜਿਸ ਬ੍ਰਹਮਾ ਨੇ ਸ੍ਰੀ ਪਰਮੇਸ਼ਰ ਜੀ ਦੇ ਹੁਕਮ ਅਨੁਸਾਰ ਸਰਵੱਤਰ ਕਾਇਨਾਤ ਸ੍ਰਿਸ਼ਟੀ ਜਗਤ ਦੀ ਰਚਨਾ ਕੀਤੀ ਹੈ, ਉਹ ਬ੍ਰਹਮਾ ਵੀ ਧੰਨ ਗੁਰੂ ਨਾਨਕ ਦੇਵ ਜੀ ਦੇ ਗੁਣਾਂ ਨੂੰ ਗਾ ਰਿਹਾ ਹੈ। ਬ੍ਰਹਮੰਡ ਖੰਡ ਪੂਰਨ ਬ੍ਰਹਮ, ਗੁਣ ਨਿਰਗੁਣ ਸਮ ਜਾਣਿਓ। ਬ੍ਰਹਮੰਡ ਖੰਡ, ਅੰਡ ਬ੍ਰਹਮਾ ਦਾ ਅੰਡਾ, ਗਲਾਕਾਰ ਜਗਤ, ਭੂਗੋਲ, ਖੰਡ ਟੁਕੜਾ, ਦੇਸ਼ ਦਾ ਵੱਡਾ ਹਿੱਸਾ। ਨੌ ਖੰਡ ਬਿਕਰਮੀ ਵਿਖੇ ਚਿਰ ਜੀਵੈ, ਪੂਰਨ ਵਿਆਪਕ ਹਾਜ਼ਰ ਨਾਜ਼ਰ ਬ੍ਰਹਮ ਅਕਾਲ ਪੁਰਖ, ਗੁਣ ਗੁਣਾ ਵਾਲਾ ਸਰਗੁਣ, ਨਿਰਗੁਣ ਸੁੱਧ ਬ੍ਰਹਮ, ਰਜੋ ਤਮੋ ਸਤੋ ਤਿੰਨਾਂ ਗੁਣਾਂ ਤੋਂ ਰਹਿਤ। ਨਿਰਗੁਣ ਆਪ ਸਰਗੁਣ ਕੀ ਉਹੀ, ਕਲਾ ਧਾਰਜ ਸਗਲੇ ਮੋਹੀ। ਮਹਾਰਾਜ ਨੇ ਸੁਖਮਨੀ ਸਾਹਿਬ ਵਿੱਚ ਲਿਖਿਆ ਹੈ, ਸਮ ਸਮਾਨ ਰੂਪ ਇੱਕੋ ਜਿਹਾ। ਜਿਸ ਗੁਰੂ ਨਾਨਕ ਦੇਵ ਜੀ ਨੇ ਸਾਰੇ ਹੀ ਖੰਡਾਂ ਬ੍ਰਹਮੰਡਾਂ ਵਿੱਚ ਪਾਰਬਨ ਪਰਮੇਸ਼ਰ ਜੀ ਨੂੰ ਸਰਗੁਣ ਅਤੇ ਨਿਰਗੁਣ ਸਰੂਪਾਂ ਵਿੱਚ ਸਮ ਦ੍ਰਿਸ਼ਟੀ ਇੱਕੋ ਜਿਹਾ ਪਛਾਣਿਆ ਹੈ। ਜਪ ਕਲ ਸੋ ਜਸ ਨਾਨਕ ਗੁਰ, ਸਹਿਜ ਜੋਗ ਜਿਨ ਮਾਣਿਓ। ਜਪ ਸਿਮਰਨ ਕਰ ਸੋ ਜਸ ਪਵਿੱਤਰ ਸੋਭਾ ਜਸ, ਸਹਿਜ ਗਿਆਨ ਸ਼ਾਂਤ ਅਵਸਥਾ, ਜੋਗ ਜੁੜਨਾ ਪਰਮੇਸ਼ਰ ਨਾਲ ਮਿਲਾਪ। ਉਤੋਂ ਬਖਤਾ ਹੋਣ ਦੇ ਨਾਤੇ ਕੱਲ ਕਵੀ ਆਪਣੇ ਮਨ ਨੂੰ ਸੰਬੋਧਨ ਕਰਦਾ ਹੋਇਆ ਕਹਿੰਦਾ ਹੈ, ਹੇ ਕੱਲ ਐਸੇ ਦੀਨ ਦਿਆਲ ਗੁਰੂ ਨਾਨਕ ਪਾਸ ਬ੍ਰਹਮ ਜੀ ਦੇ ਸੋਹਣੇ ਗੁਣਾਂ ਨੂੰ ਅਤਿਅੰਤ ਭਾਵਨਾ ਵਾ ਪਿਆਰ ਨਾਲ ਗਾ। ਸਿਮਰਨ ਕਰ। ਜਿਸ ਸਤਿਗੁਰੂ ਸਾਹਿਬ ਨੇ ਸ਼ਾਂਤ ਅਵਸਥਾ ਨੂੰ ਪ੍ਰਭੂ ਦੇ ਮਿਲਾਪ 'ਚ ਗਿਆਨ ਯੋਗ ਨੂੰ ਮਾਣਿਆ ਹੈ। ਗੁਣ ਗਾਵਹਿ ਨਵਨਾਥ, ਧੰਨ ਗੁਰ ਸਾਚ ਸਮਾਇਓ। ਨਵਨਾਥ ਕੇ ਨੌਨਾਥ, ਆਦਨਾਥ, ਮਸ਼ੇਂਦਰਨਾਥ, ਉਦੈਨਾਥ, ਸੰਤੋਖਨਾਥ, ਕੰਬਰਨਾਥ, ਸਤਿਆਨਾਥ, ਚੌਰੰਗੀਨਾਥ, ਗੋਰਖਨਾਥ। ਸਾਚ ਕੇ ਸੱਚ ਪ੍ਰਭੂ ਵਿੱਚ,
ਨੌ ਨਾਥ ਵੀ ਜਗਤ ਗੁਰੂ ਬਾਬਾ ਨਾਨਕ ਜੀ ਦੇ ਗੁਣ ਗਾਇਨ ਕਰਦੇ ਹੋਏ ਕਹਿੰਦੇ ਹਨ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਹਨ, ਜੋ ਸਦਾ ਹੀ ਸੱਚ ਪਰਮੇਸ਼ਰ ਵਿੱਚ ਸਮਾਏ ਰਹਿੰਦੇ ਹਨ। ਮਾਂ ਦਾਤਾ ਗੁਣ ਰਵੈ ਜੇਨ ਚੱਕਰ ਵੈ ਕਹਾਇਓ। ਮਨ ਦਾਤਾ ਕਹੀਏ ਮਾਨ ਪਾਤਾ, ਪਿਤਾ ਜੋ ਵਿਨਾਸ਼, ਇੱਕ ਬਾਖ ਬਾਂਸੀ, ਮਾਤਾ ਗੰਗੰ, ਮਾਤਾ ਗੌਰੀ, ਬਲੀ ਪ੍ਰਿਥਿੰ ਮਦਾਤਾ ਮਹੀਪੰ, ਮਾਨ ਧਾਤ ਭੈ ਸੁਧ ਵਸ ਤਾਦਰ। ਪਚਿੱਤਰ ਨਾਟਕ ਵਿੱਚ ਲਿਖਿਆ ਹੈ। ਜੈਨ ਜਿਸ ਨੇ ਚੱਕਰਵੈ ਚੱਕਰਵਰਤੀ ਰਾਜਾ, ਰਾਜੇ ਦਲੀਪ ਦਾ ਪਿਤਾ ਮਾਨ ਦਾਤਾ ਜਿਸ ਨੇ ਆਪਣੇ ਆਪ ਨੂੰ ਚੱਕਰਵਰਤੀ ਮਹਾਰਾਜਾ ਖਵਾਇਆ, ਉਹ ਮਾਨ ਦਾਤਾ ਰਾਜਾ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਗੁਣਾਂ ਨੂੰ ਗਾਇਨ ਕਰ ਰਿਹਾ ਹੈ। ਗੁਣ ਗਾਵੈ ਬਲ ਰਾਓ ਸਪਤ ਪਾਤਾਲ ਬਸੰਤਾਓ। ਗੁਣ ਰਾਓ ਬਲ ਰਾਜਾ, ਮਾਤਾ ਵਿਦਿਆਵਲੀ, ਪਿਤਾ ਬਿਰੋਚਨ, ਦਾਦਾ ਪ੍ਰਹਲਾਦ ਭਗਤ, ਸਬਤ ਆਪਣੀ ਕੀਤੀ ਹੋਈ ਪ੍ਰਤੱਗਿਆ। ਸਬਤ ਕਹੀਏ ਪਤ ਸਹਿਤ ਇੱਜ਼ਤ ਨਾਲ, ਸਪਤ ਆਪਣੇ ਪਤੀਆਂ ਮਾਲਕਾਂ ਵਿਸ਼ਨ ਮਹੇਸ਼ ਨਾਲ, ਅਤੇ ਪਤਾਲਪੁਰ ਵਿੱਚ ਪਤਾਲ ਵਿੱਚ ਬਸੰਤੋਂ ਵਸਦਾ ਹੋਇਆ। ਸਤਵਾਂ ਪਤਾਲ ਅਰਥ ਚੁੱਕਦਾ ਨਹੀਂ, ਕਿਉਂਕਿ ਰਾਜਾ ਬਲ ਦਾ ਨਿਵਾਸ ਤੀਸਰੇ ਪਤਾਲ ਵਿੱਚ ਹੈ। ਆਪਣੇ ਦਿੱਤੇ ਹੋਏ ਕੌਲ ਵਚਨ ਵਾ ਪ੍ਰਤੱਗਿਆ ਕੀਤੀ ਅਨੁਸਾਰ ਤੀਸਰੇ ਪਤਾਲ ਵਸਦਾ ਹੋਇਆ ਰਾਜਾ ਬਲ ਬਾ ਇੱਜ਼ਤ ਬਾ ਸਹਿਤ ਬਾ ਆਪਣੇ ਪਤੀਆਂ ਮਾਲਕਾਂ ਸਹਿਤ ਤੀਸਰੇ ਪਤਾਲ ਵਿੱਚ ਨਿਵਾਸ ਰੱਖਦਾ ਹੋਇਆ ਰਾਜਾ ਬਲ ਵੀ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਗੁਣਾਂ ਨੂੰ ਗਾ ਰਿਹਾ ਹੈ। ਭਰਥਰ ਗੁਣ ਉਚਰੈ ਸਦਾ ਗੁਰ ਸੰਗ ਰਹੰਤਾਓ। ਭਰਥਰ ਉਜੈਨ ਦੇ ਰਾਜਾ ਬਿਕਮਜੀਤ ਜਿਸ ਦੇ ਨਾਮ ਦਾ ਸੰਮਤ ਚੱਲਦਾ ਹੈ, ਉਹਦਾ ਭਾਈ, ਇਹ ਸੰਸਕ੍ਰਿਤ ਦਾ ਮਹਾਨ ਵਿਦਵਾਨ ਗਿਆਨੀ ਹੋਇਆ। ਇਸ ਦੇ ਰਚੇ ਗ੍ਰੰਥ ਭਰਥਰੀ ਵੈਰਾਗ ਸ਼ਕਤ, ਨੀਤੀ ਸ਼ਕਤ, ਸ਼ਿੰਗਾਰ ਸ਼ਕਤ, ਨੋਹਰ ਗ੍ਰੰਥ ਹਨ, ਜੋ ਸੰਪਰਦਾਵਾਂ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਏ ਜਾਂਦੇ ਹਨ। ਇਹ ਆਪਣੀ ਪਤਨੀ ਦਾ ਕੁਕਰਮ ਦੇਖ ਕੇ ਰਾਜ ਭਾਗ ਤਿਆਗ ਕੇ ਜੋਗੀ ਹੋ ਗਿਆ ਸੀ। ਇਹ ਧਾਰਾ ਨਗਰੀ ਦਾ ਰਾਜਾ ਸੀ। ਸਾਰੀ ਕਹਾਣੀ ਲਈ 10ਵੇਂ ਗ੍ਰੰਥ ਵੇਦ ਸਾਹਿਬ ਚਰਿੱਤਰ ਵਿੱਚ ਪੜ੍ਹੋ, 209ਵੇਂ ਚਰਿੱਤਰ ਵਿੱਚ ਪੜ੍ਹੋ। ਧਾਰਾ ਨਗਰੀ ਕੇ ਰਹਿ ਭਰਥਰ ਰਾਜ ਸੁਜਾਨ, ਦੋ ਦਵਾਇਦਸ ਵਿਦਿਆ ਨਿਪੁੰਨ ਸੂਰਬੀਰ ਬਲਵਾਨ। ਚੌਪਈ ਭਾਨਮਤੀ ਤਾਕੇ ਬਨ ਨਾਰੀ, ਪਿੰਗਲ ਦੇ ਪ੍ਰੰਨ ਤੇ ਪਿਆਰੀ। ਜੋਗੀ ਭਰਥਰੀ ਦਾ ਧੰਨ ਗੁਰੂ ਨਾਨਕ ਦੇਵ ਜੀ ਨਾਲ ਮਿਲਾਪ ਹੋਇਆ ਸੀ। ਸਾਡੇ ਇਲਾਕੇ ਜ਼ਿਲ੍ਹਾ ਮੋਗਾ ਦੇ ਨਗਰ ਤਖਤੂਪੁਰਾ ਵਿਖੇ ਗੁਰੂ ਪਾਤਸ਼ਾਹ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਹੈ, ਅਤੇ ਜੋਗੀ ਭਰਥਰੀ ਦੀ ਯਾਦ ਵਿੱਚ ਇਹ ਵੀ ਸਥਾਨ ਸੁਭਾਇਮਾਨ ਹੈ। ਕਹੋ ਨਾਨਕ ਸੁਣ ਭਰਥਰ ਜੋਗੀ ਪਾਰ ਬ੍ਰਹਮ ਲਵ ਏਕੰ। ਗੁਰੂ ਸੰਗ ਆਪ ਦੇ ਗੁਰੂ ਗੋਰਖ ਨਾਲ ਰਹਿਤ ਰਹਿੰਦਾ ਹੋਇਆ ਮਹਾਨ ਤਿਆਗੀ ਗੁਣੀ ਪੰਡਤ ਰਾਜ ਜੋਗੀ ਭਰਥਰੀ ਜੀ ਆਪਣੇ ਗੁਰੂ ਗੋਰਖ ਨਾਲ ਰਹਿੰਦਾ ਹੋਇਆ ਸਦਾ ਜ਼ਾਹਰ ਪੀਰ ਜਗਤ ਗੁਰ ਬਾਬਾ ਜੀ ਦੇ ਗੁਣਾਂ ਨੂੰ ਉਚਾਰਨ ਕਰਦਾ ਰਹਿੰਦਾ ਹੈ। ਅੱਗੇ ਜਦੋਂ ਭਰਥਰੀ ਦਾ ਰਾਜ ਦੇ ਜੋਗੀ ਹੋਇਆ, ਭੌਣ ਭੰਡਾਰ ਬਿਸਰ ਸਭੈ ਕੁਛ, ਰਾਮ ਕੋ ਨਾਮ ਹਿਰਦੈ ਦ੍ਰਿੜ ਕੀਨੇ। ਰਾਮ ਕੋ ਨਾਮ ਹਿਰਦੈ ਦ੍ਰਿੜ ਕੀਨੋ, ਜਾਏ ਬਸਿਓ ਤਬ ਹੀ ਬਨ ਮੈਂ। ਨ੍ਰਿਪ ਭੇਸ ਕੋ ਤਿਆਗ ਜੋਗੇਸ਼ ਕੋ ਲੀਨੋ। ਅੱਗੇ ਗੋਰਖ ਜੋਗੀ ਨਾਲ ਮਿਲਾਪ ਹੋਇਆ। ਗੋਰਖ ਸੋ ਗੋਸਤ ਸਭ ਜਬ ਭਈ, ਰਾਜਾ ਕੀ ਦੁਰਮਤ ਸਭ ਗਈ। ਸੀਖਤ ਗਿਆਨ ਭਲੀ ਵਿਦ ਭਇਓ, ਜਲ ਸਵੈ ਜਿਉ ਜਲ ਮੈਂ ਮਿਲ ਗਇਓ। ਦੂਰ ਬਾ ਪਰੂਰੋ ਅੰਗਰੈ, ਗੁਰ ਨਾਨਕ ਜਸ ਗਾਇਓ। ਦੂਰਬਾ ਕਹੀਏ ਯਾਦਵਾਂ ਦੇ ਕੁੱਲ ਗੁਰੂ ਦਰਬਾਰ ਸਾਹਿਬ ਰਿਖੀ ਜੀ, ਜੋ ਬਹੁਤ ਤੇਜ਼ ਸੁਭਾਅ ਵਾਲਾ ਵੀਰ ਰਸ ਜਾ ਕੇ ਸ਼ਰਾਪ ਦੇ ਦਿੰਦਾ ਸੀ। ਦੁਰਵਾਸ਼ਾ ਸਿਉ ਕਰਤ ਠਗੌਰੀ, ਜਾਦਵ ਇਹ ਫਲ ਪਾਏ। ਪਰੂਰੋ ਕਹੀਏ ਬੁੱਧ ਦਾ ਪੁੱਤਰ, ਚੰਦਰਮਾ ਦਾ ਪੋਤਾ। ਸਭ ਤੋਂ ਪਹਿਲਾਂ ਚੰਦਰਵੰਸ਼ੀ ਰਾਜਾ। ਇਸ ਦੀ ਰਾਜਧਾਨੀ ਪ੍ਰਯਾਗ ਪਾਸ
ਪ੍ਰਭੂ ਸੁਲਤਾਨਪੁਰ ਸੀ। ਇਹ ਸਦਾਚਾਰੀ ਅਤੇ ਸੰਸਾਰ ਉਪਾਸਕ ਹੋਇਆ। ਅੰਗਰੈ ਕਹੀਏ 7 ਵੱਡੇ ਰਿਸ਼ੀਆਂ ਵਿੱਚ ਇੱਕ ਰਿਸ਼ੀ, ਰਿਗਵੇਦ ਦੇ ਕਈ ਮੰਤਰਾਂ ਦਾ ਕਰਤਾ। ਇਸ ਅੰਗਰੈ ਰਿਸ਼ੀ ਨੂੰ ਦੇਵਤਿਆਂ ਦਾ ਪੁਰੋਹਿਤ, ਔਹਤ ਦਾ ਦੇਵ ਵੀ ਮੰਨਦੇ ਹਨ। ਰਿਸ਼ੀ ਦੁਰਵਾਸਾ ਜੀ ਨੇ ਰਾਜਾਪੁਰ ਤੇ ਅਤੇ ਰਿਸ਼ੀ ਅੰਗਰੈ ਨੂੰ ਧੰਨ ਗੁਰੂ ਨਾਨਕ ਦੇਵ ਜੀ ਦੇ ਜਾਂਦੇ ਅਤੇ ਜਸ ਨੂੰ ਗਾਇਨ ਕੀਤਾ ਹੈ। ਕਬ ਕਲ ਸੋ ਜਸ ਨਾਨਕ ਗੁਰ, ਘਟ ਘਟ ਸਹਿਜ ਸਮਾਇਓ। ਸਾ ਅਗੋਚਰ ਅਤੇ ਲਾ ਕੇ ਫਿਰ ਨਾਲ ਹੀ ਜਸ, ਸੋ ਜਸ ਘਟ ਘਟ ਬੋਲਾ ਬੋਲੋ, ਇਸ ਤਰ੍ਹਾਂ ਆਪਣਾ ਪੜ੍ਹਨਾ। ਸੋ ਜਸ ਪਵਿੱਤਰ, ਘਟ ਘਟ ਹਰੇਕ ਰਸਤੇ ਹਿਰਦੇ ਵਿੱਚ, ਹਰੇਕ ਰਸਤੇ ਵਿੱਚ। ਰਿਗਵੇਦ ਉਹਨਾਂ ਦੇ ਅਵਤਾਰ ਕੱਲ ਭੱਟ ਆਪਣੇ ਮਨ ਨੂੰ ਸੋਧਨ ਕਰਦਾ ਹੋਇਆ ਅਥਵਾ ਆਪਣੇ ਨਾਲ ਦੇ ਸੰਗੀ ਭੱਟਾਂ ਨੂੰ ਅਥਵਾ ਲੋਕਾਈ ਨੂੰ ਸੋਧਨ ਕਰਦਾ ਹੋਇਆ ਕਹਿੰਦਾ ਹੈ, ਐ ਮੇਰੇ ਮਨਾ ਵਾ, ਐ ਮੇਰੇ ਨਾਲ ਦੇ ਸੰਗੀ ਭੱਟ ਵੀਰੋ, ਐ ਸੰਸਾਰ ਦੇ ਲੋਕੋ, ਜੋ ਸਤਿਗੁਰ ਸੱਚਾ ਪਾਤਸ਼ਾਹ ਉਹ ਨੌ ਗਰੀਬ ਨਵਾਜ ਹੈ, ਬੇਸ਼ੁਮਾਰ ਨਿਰੰਕਾਰ ਹੈ, ਅਗਮ ਅਡੋਲ ਅਤੋਲ ਹੈ। ਐਸੇ ਦੀਨ ਦਿਆਲ ਧੰਨ ਸਤਿਗੁਰੂ ਨਾਨਕ ਦੇਵ ਜੀ ਦੀ ਮਹਾਰਾਜ ਦੀ ਪਵਿੱਤਰ ਵਡਿਆਈ, ਸੋਭਾ, ਸੋਹਣਾ ਜਸ ਸਹਿਜ ਸੁਭਾਵਕ ਹੀ ਹਰੇਕ ਹਿਰਦੇ ਵਿੱਚ ਵਾ ਦਿਲ ਵਿੱਚ ਟਿਕਿਆ ਹੋਇਆ ਹੈ। ਦੂਰ ਬਾਪਰੂਰੋ ਅੰਗਰੈ, ਗੁਰ ਨਾਨਕ ਜਸ ਗਾਇਓ। ਕਬ ਕਲ ਸੋ ਜਸ ਨਾਨਕ ਗੁਰ, ਘਟ ਘਟ ਸਹਿਜ ਸਮਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਕਾਰੇ ਜਾਵੇ ਨਿਹਾਲ ਹੋ ਜਾਵੇ, ਫਤਿਹ ਪਾਵੇ। ਸਤਿ ਸ੍ਰੀ ਅਕਾਲ। ਗੁਰੂ ਹਰਿ ਅਕਾਲ, ਦੇਗ ਤੇਗ ਫਤਿਹ। ਗੁਰੂ ਖਾਲਸੇ ਜੀ ਦੀ ਹਰ ਦੋ ਮੈਦਾਨ ਫਤਿਹ। ਵਾਹਿਗੁਰੂ ਜੀ ਕਾ ਖਾਲਸਾ,